ਧੰਨਵਾਦੀ ਹਾਂ ਕਿਰਨਜੀਤ ਕੌਰ ਐਕਸ਼ਨ ਕਮੇਟੀ ਦਾ ਕਿ ਉਹਨਾਂ ਨੇ ਮੈਨੂੰ ਦੂਸਰੀ ਵਾਰ ਇਸ ਆਨਲਾਈਨ ਲੜੀ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਮੈਨੂੰ ਯਾਦ ਆ ਕਿ 2021 ਦੇ ਵਿੱਚ ਜਦੋਂ ਕਿਸਾਨ ਘੋਲ ਨੂੰ ਸਮਰਪਿਤ ਆਨਲਾਈਨ ਇਹ ਜਿਹੜੀ ਲੜੀ ਆ ਇਹ ਚਲਾਈ ਗਈ ਸੀ ਗੱਲਬਾਤ ਦੀ, ਤਾਂ ਉਸ ਦੇ ਵਿੱਚ ਵੀ ਮੈਨੂੰ ਮੌਕਾ ਦਿੱਤਾ ਗਿਆ ਸੀ। ਤਾਂ ਵਾਕਈ ਮੈਂ ਮਾਣ ਮਹਿਸੂਸ ਕਰ ਰਿਹਾ ਕਿ ਸ਼ਹੀਦ ਕਿਰਨਜੀਤ ਕੌਰ ਜੋ ਚਰਚਿਤ ਕਾਂਡ ਹੋਇਆ, ਕਤਲ ਕਾਂਡ ਹੋਇਆ, ਤੇ ਉਸ ਦੇ ਵਿਰੁੱਧ ਐਕਸ਼ਨ ਕਮੇਟੀ ਨੇ ਇੱਕ ਲਾਮਿਸਾਲ ਘੋਲ ਲੜਿਆ ਤੇ ਉਸ ਦੇ ਵਿੱਚ ਮੈਨੂੰ ਦੂਜੀ ਵਾਰ ਮੌਕਾ ਦਿੱਤਾ ਗਿਆ ਆਪਣੀ ਗੱਲਬਾਤ ਰੱਖਣ ਦਾ। ਸਾਥੀਓ, ਇਸ ਤੋਂ ਪਹਿਲਾਂ ਕਿ ਆਪਾਂ ਵਿਸ਼ੇ ਤੇ ਆਈਏ, ਮੈਂ ਤੁਹਾਡੇ ਸਰਮੁਖ ਜੋ ਘਟਨਾਵਾਂ 1997 ਦੇ ਵਿੱਚ ਵਾਪਰੀਆਂ ਉਹ ਜ਼ਰੂਰ ਗੱਲ ਕਰਨਾ ਚਾਹਾਂਗਾ ਉਹਨਾਂ ਬਾਰੇ। ਸਾਥੀਓ, 29 ਜੁਲਾਈ 1997 ਜਦੋਂ ਇੱਕ 17 ਸਾਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਜਿਹੜੀ ਕਿ ਕਾਲਜ ਪੜ੍ਹਨ ਗਈ ਪਰ ਵਾਪਸ ਨਹੀਂ ਆਈ ਤਾਂ ਜੋ ਉਸਦੇ ਘਰ ਦੇ ਸੀ, ਮਾਪੇ ਸੀ, ਉਹ ਚਿੰਤਤ ਹੋਏ, ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪਤਾ ਚੱਲਿਆ। ਤਾਂ ਉਹ ਵਿਦਿਆਰਥਣ ਕਿਰਨਜੀਤ ਕੌਰ, ਜਿਸ ਦੇ ਪਿਤਾ ਖੁਦ ਇੱਕ ਅਧਿਆਪਕ ਸੀ, ਸਾਥੀ ਦਰਸ਼ਨ ਸਿੰਘ ਜੀ, ਤਾਂ ਜਦੋਂ ਪੁਲਿਸ ਤੱਕ ਉਹਨਾਂ ਵੱਲੋਂ ਪਹੁੰਚ ਕੀਤੀ ਜਾਂਦੀ ਆ ਤਾਂ ਪੁਲਿਸ ਵੱਲੋਂ ਜੋ ਰਵੱਈਆ ਅਪਣਾਇਆ ਜਾਂਦਾ ਉਹ ਬਹੁਤ ਹੀ ਜ਼ਿਆਦਾ ਇਸ ਤਰੀਕੇ ਦਾ ਹੁੰਦਾ ਕਿ ਮਾਮਲੇ ਨੂੰ ਲਟਕਾਉਣ ਵਾਲਾ, ਜਾਂ ਜਿਸ ਤਰੀਕੇ ਦੀ ਕਾਰਵਾਈ ਕਰਨੀ ਚਾਹੀਦੀ ਆ ਪੁਲਿਸ ਨੂੰ ਉਹ ਨਹੀਂ ਕੀਤੀ ਜਾਂਦੀ ਪੁਲਿਸ ਵੱਲੋਂ। ਤਾਂ ਉੱਥੇ ਫਿਰ ਮੁੱਢ ਬਣਦਾ ਇਸ ਐਕਸ਼ਨ ਕਮੇਟੀ ਦਾ। ਜਦੋਂ 2 ਅਗਸਤ 1997 ਨੂੰ ਇਹ ਐਕਸ਼ਨ ਕਮੇਟੀ ਦਾ ਗਠਨ ਹੁੰਦਾ ਤਾਂ ਉਸ ਤੋਂ ਬਾਅਦ ਪੜਾਅ ਦਰ ਪੜਾਅ ਵੱਡੇ ਇਕੱਠ ਹੁੰਦੇ ਨੇ। ਉਹ ਇਕੱਠਾਂ ਦੇ ਦਬਾਅ ਹੇਠ ਜਿਹੜੀ ਪੁਲਿਸ ਜਾਂਚ ਕਰਨ ਨੂੰ ਤਿਆਰ ਨਹੀਂ ਸੀ, ਉਹੀ ਪੁਲਿਸ ਕਿਰਨਜੀਤ ਕੌਰ ਦਾ ਜੋ ਸਮਾਨ ਦੋਸ਼ੀਆਂ ਦੇ ਖੇਤਾਂ ਦੇ ਵਿੱਚੋਂ ਬਰਾਮਦ ਕਰਦੀ ਆ, ਉਸ ਦੀਆਂ ਕਿਤਾਬਾਂ ਬਰਾਮਦ ਕਰਦੀ ਆ, ਸਾਈਕਲ ਬਰਾਮਦ ਕਰਦੀ ਆ। ਤੇ 8 ਅਗਸਤ 1997 ਦਾ ਉਹ ਦਿਨ ਆਉਂਦਾ ਜਦੋਂ ਪਹਿਲਾ ਮੁਜ਼ਾਹਰਾ, ਬਹੁਤ ਵੱਡਾ ਮੁਜ਼ਾਹਰਾ ਇਸ ਐਕਸ਼ਨ ਕਮੇਟੀ ਦੀ ਅਗਵਾਈ ਦੇ ਵਿੱਚ ਹੁੰਦਾ। ਬਰਨਾਲਾ ਲੁਧਿਆਣਾ ਸੜਕ ਆ ਜਿਹੜੀ ਉਹ ਜਾਮ ਕੀਤੀ ਜਾਂਦੀ ਆ। ਤੇ ਫਿਰ ਜਦੋਂ ਸ਼ਹੀਦ ਕਿਰਨਜੀਤ ਕੌਰ ਦੀ ਲਾਸ਼ ਬਰਾਮਦ ਹੁੰਦੀ ਆ ਦੋਸ਼ੀਆਂ ਦੇ ਖੇਤਾਂ ਦੇ ਵਿੱਚੋਂ, ਤਾਂ ਗੌਰ ਕਰਨ ਵਾਲੀ ਗੱਲ ਇਹ ਆ ਕਿ ਕਿਰਨਜੀਤ ਕੌਰ ਦੇ ਹੱਥਾਂ ਦੇ ਵਿੱਚ ਦੋਸ਼ੀਆਂ ਦੇ ਵਾਲ ਹੁੰਦੇ ਨੇ। ਕਈ ਸਾਥੀਆਂ ਦਾ ਸਵਾਲ ਹੋ ਸਕਦਾ ਕਿ ਕਿਰਨਜੀਤ ਸ਼ਹੀਦ ਕਿਵੇਂ? ਇਸੇ ਤੋਂ ਪਤਾ ਚੱਲਦਾ ਕਿ ਉਹ ਸ਼ਹੀਦ ਆ ਕਿ ਉਸਨੇ ਬਿਲਕੁਲ ਆਪਣੇ ਅੰਤ ਤੱਕ ਦੋਸ਼ੀਆਂ ਨਾਲ ਉਹ ਜੂਝੀ, ਉਹ ਲੜੀ ਤੇ ਸ਼ਹੀਦ ਹੋਈ। ਤਾਂ ਇਹ ਸ਼ਹੀਦ ਕਿਰਨਜੀਤ ਕੌਰ ਦਾ ਜੋ ਕਤਲकांड ਹੋਇਆ ਤੇ ਉਸ ਤੋਂ ਪਹਿਲਾਂ ਜਬਰ ਜਨਾਹ ਹੋਇਆ, ਉਸ ਨੂੰ ਲੈ ਕੇ ਲੜੀ ਦਰ ਲੜੀ ਅੱਗੇ ਘਟਨਾਵਾਂ ਵਾਪਰਦੀਆਂ ਨੇ। 20 ਅਗਸਤ 1997 ਦਾ ਵੀ ਉਹ ਸਮਾਂ ਆਉਂਦਾ ਜਦੋਂ ਪਹਿਲੀ ਵਾਰੀ ਜੋ ਸਮਾਗਮ ਆ ਉਹ ਹੁੰਦਾ, ਤੇ ਅੰਦਾਜ਼ਾ ਇਹ ਆ ਕਿ ਉਸ ਸਮਾਗਮ ਦੇ ਵਿੱਚ 1 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਹਿੱਸਾ ਲੈਂਦੇ ਨੇ। ਤੇ ਉਸ ਤੋਂ ਬਾਅਦ ਮੰਗ ਕੀਤੀ ਜਾਂਦੀ ਆ ਇਸ ਐਕਸ਼ਨ ਕਮੇਟੀ ਵੱਲੋਂ, ਲੋਕਾਂ ਵੱਲੋਂ, ਕਿ ਦੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਫਾਹੇ ਟੰਗਿਆ ਜਾਵੇ। ਤੇ ਨਾਲ ਹੀ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਦੇ ਵਿੱਚ ਪੱਖਪਾਤੀ ਰਵੱਈਆ ਅਪਣਾਇਆ, ਉਹਨਾਂ ਨੂੰ ਸਜ਼ਾ ਦੇਣ ਦੀ ਵੀ ਮੰਗ ਉੱਭਰਦੀ ਆ। ਤਾਂ ਉਸੇ ਦੇ ਵਿੱਚੋਂ ਪੜਾਅ ਦਰ ਪੜਾਅ ਇਹ ਮਾਮਲਾ ਅੱਗੇ ਵੱਧਦਾ। 11 ਦਸੰਬਰ 1997 ਨੂੰ ਜਿਹੜੇ ਇੰਸਪੈਕਟਰ ਦਇਆ ਸਿੰਘ ਬਾਈਆ, ਜਿਹੜਾ ਦੋਸ਼ੀਆਂ ਦਾ ਪੱਖ ਪੂਰਦਾ ਸੀ, ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਤੇ ਹੋਰ ਵੱਡੇ ਅਫਸਰਾਂ ਦੇ ਵੀ ਤਬਾਦਲੇ ਹੁੰਦੇ ਨੇ। ਤਾਂ ਸਾਥੀਓ, ਇਹ ਪਹਿਲਾ ਦੌਰ ਕਿਰਨਜੀਤ ਕੌਰ ਐਕਸ਼ਨ ਕਮੇਟੀ ਦਾ, ਜਿਸ ਦੇ ਵਿੱਚ ਕਿਰਨਜੀਤ ਕੌਰ ਐਕਸ਼ਨ ਕਮੇਟੀ ਬਣਦੀ ਆ ਤੇ ਲੋਕਾਂ ਦਾ ਉਸ ਨੂੰ ਭਰਪੂਰ ਸਾਥ ਮਿਲਦਾ। ਦੂਜਾ ਦੌਰ ਉਹ ਕਿ ਜਦੋਂ ਇਸ ਐਕਸ਼ਨ ਕਮੇਟੀ ਦੇ 3 ਆਗੂਆਂ ਦੇ ਉੱਪਰ ਇੱਕ ਝੂਠਾ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਜਾਂਦਾ।
ਝੂਠਾ ਪਰਚਾ ਕਿਸ ਕਰਕੇ ਕਿ ਮਾਰਚ 2001 ਦੇ ਵਿੱਚ ਬਰਨਾਲਾ ਕਚਹਿਰੀ ਦੇ ਵਿੱਚ ਕੁਝ ਲੋਕ ਨੇ ਜਿਹੜੇ ਉਹ ਦੋਸ਼ੀਆਂ ਦੇ ਜਿਹੜੇ ਪਰਿਵਾਰ ਦੇ ਮੁਖੀ ਨੇ ਦਲੀਪ ਸਿੰਘ, ਉਹਨਾਂ ਦਾ ਕਤਲ ਕਰ ਦਿੰਦੇ ਨੇ ਤੇ ਉਸ ਦੇ ਵਿੱਚ ਪੁਲਿਸ ਸਾਥ ਦਿੰਦੀ ਆ ਦੋਸ਼ੀਆਂ ਦਾ, ਤੇ ਜਿਹੜੇ ਐਕਸ਼ਨ ਕਮੇਟੀ ਦੇ ਆਗੂ ਨੇ ਉਹਨਾਂ ਨੂੰ ਹੀ ਉਸ ਮਾਮਲੇ ਦੇ ਵਿੱਚ ਉਲਝਾ ਦਿੱਤਾ ਜਾਂਦਾ। ਐਕਸ਼ਨ ਕਮੇਟੀ ਦੇ 3 ਆਗੂ, ਸਾਥੀ ਮਨਜੀਤ ਧਨੇਰ ਜਿਹੜੇ ਕਿ ਕਿਸਾਨ ਆਗੂ ਸੀ, ਸਾਥੀ ਨਰੈਣ ਦੱਤ ਬਿਜਲੀ ਮੁਲਾਜ਼ਮਾਂ ਦੇ ਆਗੂ ਸੀ ਤੇ ਕਨਵੀਨਰ ਵੀ ਸੀ ਉਸ ਸਮੇਂ ਐਕਸ਼ਨ ਕਮੇਟੀ ਦੇ, ਤੇ ਮਾਸਟਰ ਪ੍ਰੇਮ ਕੁਮਾਰ ਜੀ ਜਿਹੜੇ ਕਿ ਡੈਮੋਕ੍ਰੈਟਿਕ ਟੀਚਰਸ ਫਰੰਟ ਦੇ ਉਸ ਸਮੇਂ ਦੇ ਆਗੂ ਸੀ। ਤਾਂ ਇਹਨਾਂ ਤਿੰਨਾਂ ਨੂੰ ਉਸ ਕਤਲ ਕੇਸ ਦੇ ਵਿੱਚ ਉਲਝਾ ਦਿੱਤਾ ਜਾਂਦਾ, ਫਸਾ ਦਿੱਤਾ ਜਾਂਦਾ ਤੇ ਆਖਰ ਮਾਰਚ 2005 ਦੇ ਵਿੱਚ ਇਹਨਾਂ ਨੂੰ ਸਜ਼ਾਵਾਂ ਨੇ ਜਿਹੜੀਆਂ ਉਮਰ ਕੈਦ ਦੀਆਂ ਉਹ ਸੁਣਾ ਦਿੱਤੀਆਂ ਜਾਂਦੀਆਂ ਨੇ। ਤਾਂ ਉਸ ਤੋਂ ਦੂਜਾ ਪੜਾਅ ਜਿਹੜਾ ਇਹ ਚੱਲਦਾ, ਉਸ ਦੇ ਵਿੱਚ ਇੱਕ ਵੱਡਾ ਸੰਘਰਸ਼ ਹੁੰਦਾ, ਘੋਲ ਹੁੰਦਾ ਤੇ ਉਸ ਦੇ ਨਤੀਜੇ ਵਜੋਂ 2 ਸਾਥੀਆਂ ਨੂੰ ਜਿਹੜੀ ਰਿਹਾਈ ਆ ਹਾਈ ਕੋਰਟ ਵੱਲੋਂ ਉਹ ਕਰ ਦਿੱਤੀ ਜਾਂਦੀ ਆ। ਪਰ ਸਾਥੀ ਮਨਜੀਤ ਧਨੇਰ ਨੇ ਜਿਹੜੇ, ਉਹਨਾਂ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਤੇ ਸੁਪਰੀਮ ਕੋਰਟ ਆ ਜਿਹੜਾ ਉਹ ਵੀ ਉਹਨਾਂ ਦੀ ਸਜ਼ਾ ਬਰਕਰਾਰ ਰੱਖਦਾ। ਤੇ ਇਹ ਤੀਜਾ ਦੌਰ ਜਿਹੜਾ ਹੁੰਦਾ ਇਸ ਐਕਸ਼ਨ ਕਮੇਟੀ ਦਾ, ਮੈਂ ਸਮਝਦਾ ਕਿ ਬਹੁਤ ਹੀ ਮਹੱਤਵਪੂਰਨ ਦੌਰ ਆ ਕਿ ਸੁਪਰੀਮ ਕੋਰਟ ਵੀ ਜਿੱਥੇ ਇਨਸਾਫ ਨਾ ਦੇ ਸਕੇ ਤਾਂ ਫਿਰ ਉੱਥੇ ਲੋਕਾਂ ਦੀ ਕਚਹਿਰੀ ਆ ਜਿਹੜੀ ਉਹ ਵੱਡੀ ਹੁੰਦੀ ਆ। ਤੇ ਵਾਕਈ ਇਸ ਮਾਮਲੇ ਦੇ ਵਿੱਚ ਵੱਡੀ ਸਾਬਤ ਹੋਈ ਕਿ ਤੀਜੇ ਦੌਰ ਦੇ ਵਿੱਚ, ਜਿਸ ਦੇ ਗਵਾਹ ਮੈਂ ਖੁਦ ਵੀ ਬਣਿਆ, ਡੈਮੋਕ੍ਰੈਟਿਕ ਟੀਚਰਸ ਫਰੰਟ ਤੇ ਸਾਡੀ ਮੁਲਾਜ਼ਮ ਫੈਡਰੇਸ਼ਨ ਵੀ ਉਸ ਤੀਜੇ ਦੌਰ ਦੀ ਗਵਾਹ ਬਣੀ ਕਿ ਜਦੋਂ 20 ਸਤੰਬਰ 2019 ਨੂੰ ਮੈਨੂੰ ਯਾਦ ਆ ਕਿ ਪਟਿਆਲੇ ਦੇ ਵਿੱਚ ਮਹਿਮਦਪੁਰ ਮੰਡੀ ਦੇ ਵਿੱਚ ਇੱਕ ਮੋਰਚਾ ਲੱਗਦਾ, ਲਗਭਗ 7 ਦਿਨਾਂ ਦਾ ਮੋਰਚਾ ਲੱਗਦਾ ਉਹ 26 ਸਤੰਬਰ 2019 ਤੱਕ। ਤੇ ਉਸ ਦੇ ਵਿੱਚ ਮੋਰਚੇ ਤੋਂ ਬਾਅਦ ਖੁਦ 30 ਸਤੰਬਰ ਨੂੰ ਸਾਥੀ ਮਨਜੀਤ ਧਨੇਰ ਨੂੰ ਉਹ ਸਾਰਾ ਜਿਹੜਾ ਲੋਕ ਸਮੂਹ ਆ ਉਹ ਬਰਨਾਲਾ ਜੇਲ੍ਹ ਦੇ ਵਿੱਚ ਛੱਡ ਕੇ ਆਉਂਦਾ ਤੇ ਬਹੁਤ ਲੰਬਾ ਮੋਰਚਾ ਚੱਲਦਾ, ਲਗਭਗ 1.5 ਮਹੀਨਾ ਮੋਰਚਾ ਚੱਲਦਾ। ਅਸੀਂ ਸਾਰੇ, ਚਾਹੇ ਅਧਿਆਪਕ ਹੋਣ, ਮੁਲਾਜ਼ਮ ਹੋਣ, ਵਿਦਿਆਰਥੀ ਹੋਣ, ਕਿਸਾਨ ਹੋਣ, ਮਜ਼ਦੂਰ ਹੋਣ, ਸਾਰੇ ਦੇ ਸਾਰੇ ਪੰਜਾਬ ਦੀ ਲੋਕਾਈ ਦਾ ਇੱਕ ਵੱਡਾ ਹਿੱਸਾ ਉਸ ਮੋਰਚੇ ਦਾ ਹਿੱਸਾ ਬਣਦਾ। ਤੇ ਜਿਸ ਤਰੀਕੇ ਨਾਲ ਸਾਥੀ ਮਨਜੀਤ ਧਨੇਰ ਨੂੰ 30 ਸਤੰਬਰ ਨੂੰ ਬਰਨਾਲਾ ਜੇਲ੍ਹ ਦੇ ਵਿੱਚ ਛੱਡ ਕੇ ਆਉਣੇ ਆ, ਉਸੇ ਤਰੀਕੇ ਨਾਲ ਜਥੇਬੰਦੀਆਂ ਦੇ ਝੰਡਿਆਂ ਦੇ ਹੇਠ 15 ਨਵੰਬਰ 2019 ਨੂੰ ਸਾਥੀ ਮਨਜੀਤ ਧਨੇਰ ਦੀ ਰਿਹਾਈ ਹੁੰਦੀ ਆ। ਤਾਂ ਇਸ ਤਰੀਕੇ ਦੇ ਨਾਲ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਆ ਜਿਹੜੀ ਉਹ ਇਹਨਾਂ ਸਾਲਾਂ ਦੇ ਦੌਰਾਨ ਲਗਾਤਾਰ ਸਰਗਰਮ ਰਹਿੰਦੀ ਆ। ਤੇ ਦੂਸਰਾ ਜੋ ਮੈਨੂੰ ਵਿਸ਼ਾ ਦਿੱਤਾ ਗਿਆ ਕਿ ਅਧਿਆਪਕ ਵਰਗ ਦੇ ਸਮਾਜ ਪ੍ਰਤੀ ਫਰਜ਼ ਅਤੇ ਟਾਕਰੇ ਦਾ ਰਾਹ ਦਰਸਾਵਾਂ ਮਹਿਲ ਕਲਾ ਦਾ ਲੋਕ ਕੋਲ। ਦੇਖੋ ਸਾਥੀਓ, ਅਧਿਆਪਕ ਵਰਗ ਸਮਾਜ ਦਾ ਇੱਕ ਅਹਿਮ ਹਿੱਸਾ ਇਸ ਕਰਕੇ ਆ ਕਿ ਅਧਿਆਪਕ ਜੋ ਵੀ ਕਰਦਾ ਉਸ ਨੂੰ ਸਮਾਜ ਬਹੁਤ ਗੌਰ ਨਾਲ ਦੇਖਦਾ ਤੇ ਉਸ ਤੋਂ ਸਿੱਖਦਾ। ਇਸ ਕਰਕੇ ਅਧਿਆਪਕ ਦਾ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਣਾ ਬਹੁਤ ਹੀ ਮਹੱਤਵਪੂਰਨ ਹੁੰਦਾ। ਅਧਿਆਪਕ ਦਾ ਫਰਜ਼ ਹੁੰਦਾ ਕਿ ਉਹ ਖੁਦ ਵੀ ਅਗਾਂਹ ਵਧੂ ਹੋਵੇ, ਵਿਗਿਆਨਕ ਵਿਚਾਰਾਂ ਦਾ ਧਾਰਨੀ ਹੋਵੇ ਤੇ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੇਧ ਦੇਵੇ ਤੇ ਉਹਨਾਂ ਨੂੰ ਅਗਾਂਹ ਵਧੂ ਬਣਾਉਣ ਦਾ ਯਤਨ ਕਰੇ। ਮੈਂ ਸਮਝਦਾ ਕਿ ਕਿਰਨਜੀਤ ਕੌਰ ਐਕਸ਼ਨ ਕਮੇਟੀ ਤੇ ਉਹਦਾ ਜਿੰਨਾ ਵੀ ਸੰਘਰਸ਼ ਚੱਲਿਆ, ਉਸ ਦੇ ਵਿੱਚ ਜਦੋਂ ਅਸੀਂ ਵੱਖ-ਵੱਖ ਆਗੂਆਂ ਦਾ ਰੋਲ ਦੇਖਦੇ ਹਾਂ, ਚਾਹੇ ਮਾਸਟਰ ਪ੍ਰੇਮ ਕੁਮਾਰ ਜੀ ਹੋਣ ਜਾਂ ਸਾਥੀ ਨਰੈਣ ਦੱਤ ਜੀ ਹੋਣ ਜਾਂ ਮਨਜੀਤ ਧਨੇਰ ਹੋਣ ਜਾਂ ਹੋਰ ਜਿੰਨੇ ਵੀ ਆਗੂ ਹੋਏ, ਤਾਂ ਅਸੀਂ ਦੇਖਦੇ ਹਾਂ ਕਿ ਉਹ ਵਾਕਈ ਸੱਚੀ ਮੁੱਚੀ ਸਮਾਜ ਲਈ ਅਧਿਆਪਕ ਸਾਬਤ ਹੋਏ ਕਿ ਜਿਨ੍ਹਾਂ ਨੇ ਇੱਕ ਸਹੀ ਵਿਚਾਰ ਲੈ ਕੇ ਅੱਗੇ ਵਧੇ, ਡਟੇ ਤੇ ਇੱਕ ਵੱਡੇ ਘੋਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਆਉਣ ਵਾਲੇ ਜਿਹੜੇ ਬਾਕੀ ਸੰਘਰਸ਼ ਨੇ ਉਹਨਾਂ ਲਈ ਰਾਹ ਦਰਸੇਵਾ ਬਣੇ। ਜਿੱਥੋਂ ਤੱਕ ਦੇਖੋ ਅਧਿਆਪਕ ਦਾ ਸਵਾਲ ਆ, ਬਿਲਕੁਲ ਅਧਿਆਪਕ ਇੱਕ ਬੁੱਧੀਜੀਵੀ ਦੀ ਭੂਮਿਕਾ ਨਿਭਾਉਂਦਾ, ਪਰ ਗੌਰ ਕਰਨ ਵਾਲੀ ਇੱਥੇ ਗੱਲ ਇਹ ਆ ਕਿ ਉਹ ਅਧਿਆਪਕ ਜਿਹੜਾ ਖੁਦ ਸੰਗਠਿਤ ਹੋਵੇ, ਖੁਦ ਆਰਗੇਨਾਈਜ਼ਡ ਹੋਵੇ, ਮੈਨੂੰ ਲੱਗਦਾ ਕਿ ਉਹ ਬਿਹਤਰ ਰੋਲ ਆ ਜਿਹੜਾ ਸਮਾਜ ਦੇ ਵਿੱਚ ਨਿਭਾ ਸਕਦਾ। ਕਿਉਂਕਿ ਪਿਛੋਕੜ ਦੇ ਵਿੱਚ ਦੇਖੀਏ, ਅਤੀਤ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੇ ਘੋਲ ਹੋਏ। ਤੁਸੀਂ ਕਿਸਾਨ ਘੋਲ ਦੀ ਗੱਲ ਕਰੋ ਜਾਂ ਮਹਿਲ ਕਲਾਂ ਦਾ ਇਹ ਘੋਲ ਦੀ ਗੱਲ ਕਰੋ,
कि किसान कोल असी तां जिते लंबा ਚੱਲਣ ਦੇ ਬਾਵਜੂਦ, ਹਾਕਮਾਂ ਦਾ ਵੱਡਾ ਜ਼ਬਰ ਹੋਣ ਦੇ ਬਾਵਜੂਦ, ਦਿੱਲੀ ਦੇ ਵਿੱਚ 1 ਸਾਲ ਮੋਰਚਾ ਚੱਲਿਆ, 700 ਤੋਂ ਵੱਧ ਕਿਸਾਨ ਸ਼ਹੀਦ ਹੋਣ ਦੇ ਬਾਵਜੂਦ। ਮੈਨੂੰ ਲੱਗਦਾ ਕਿ ਅਸੀਂ ਤਾਂ ਜਿੱਤੇ ਕਿ ਕਿਉਂਕਿ ਉਹ ਇੱਕ ਸੰਗਠਿਤ ਘੋਲ ਸੀ, ਉਸ ਦੀ ਅਗਵਾਈ ਸੀ ਜਿਹੜੀਆਂ ਉਹ ਜਥੇਬੰਦੀਆਂ ਕਰਦੀਆਂ ਸੀ, ਜਿਹੜੀਆਂ ਵਿਗਿਆਨਕ ਵਿਚਾਰਾਂ ਦੀ ਧਾਰਨੀ ਸੀ, ਜਿਹੜੀਆਂ ਇਹ ਸਮਝਦੀਆਂ ਸੀ ਕਿ ਸਮਾਜ ਦੇ ਵਿੱਚ ਲੜੇ ਬਿਨਾਂ, ਸੰਘਰਸ਼ ਕੀਤੇ ਬਿਨਾਂ ਨਹੀਂ ਕੁਝ ਪ੍ਰਾਪਤੀ ਕੀਤੀ ਜਾ ਸਕਦੀ। ਇਸੇ ਢੰਗ ਦੇ ਨਾਲ ਮਹਿਲ ਕਲਾਂ ਦਾ ਘੋਲ ਆ, ਉਸ ਦੇ ਵਿੱਚ ਵੀ ਦੇਖੋ ਕਿ ਉਹ ਪੁਲਿਸ ਜਿਹੜੀ ਸੁਣਵਾਈ ਕਰਨ ਨੂੰ ਤਿਆਰ ਨਹੀਂ ਸੀ, ਉਸ ਪੁਲਿਸ ਨੂੰ ਕਾਰਵਾਈ ਕਰਨੀ ਪਈ। ਉਹ ਗੱਠਜੋੜ ਜਿਹੜਾ ਸਿਆਸੀ, ਪੁਲਿਸ ਤੇ ਗੁੰਡਾ ਗੱਠਜੋੜ ਸੀ, ਜਿਸ ਦੇ ਵਿਰੁੱਧ ਇਸ ਐਕਸ਼ਨ ਕਮੇਟੀ ਨੇ ਸੰਘਰਸ਼ ਕੀਤੇ, ਵੱਡੇ ਵੱਡੇ ਲਾਮਿਸਾਲ ਇਕੱਠ ਕੀਤੇ, ਉਹ ਜੇ ਆਰਗੇਨਾਈਜ਼ਡ ਵਿਰੋਧ ਹੋਇਆ ਤਾਂ ਉਹ ਗੱਠਜੋੜ ਟੁੱਟਿਆ ਤੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਮਿਲੀਆਂ। ਮੈਨੂੰ ਯਾਦ ਆ ਕਿ ਕੁਝ ਸਮਾਂ ਪਹਿਲਾਂ ਪੜ੍ਹਿਆ ਸੀ ਕਿ ਪਾਕਿਸਤਾਨ ਦਾ ਇੱਕ ਲੇਖਕ ਆ ਤਾਰਿਕ ਅਲੀ, ਉਹ ਕਹਿੰਦਾ ਕਿ 2011 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਆਕੂਪਾਈ ਵਾਲ ਸਟਰੀਟ ਇੱਕ ਮੁਹਿੰਮ ਚੱਲੀ, ਜਿਸ ਦੇ ਵਿੱਚ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਉਸ ਦੇ ਵਿੱਚ ਉਹਨਾਂ ਨੇ ਹੋਕਾ ਦਿੱਤਾ ਕਿ ਅਸੀਂ 99% ਆ, ਪਰ ਸਾਡੇ ਤੇ ਰਾਜ 1% ਉਹ ਲੋਕ ਕਰਦੇ ਨੇ ਜਿਹੜੇ ਇਹਨਾਂ ਵਾਲ ਸਟਰੀਟਾਂ ਦੇ ਉੱਪਰ, ਜਿਹੜੇ ਇਹਨਾਂ ਕਾਰਪੋਰੇਟਾਂ ਦੇ ਰੂਪ ਦੇ ਵਿੱਚ ਸਾਡੇ ਤੇ ਕਾਬਜ ਨੇ ਦੇਸ਼ ਦੇ ਉੱਪਰ। ਪਰੰਤੂ ਤਾਰਿਕ ਅਲੀ ਲਿਖਦਾ ਕਿ ਉਹ ਮੁਹਿੰਮ, ਉਹ ਐਜੀਟੇਸ਼ਨ ਜਿੰਨੀ ਤੇਜ਼ੀ ਨਾਲ ਉੱਭਰਿਆ, ਉਨੀ ਤੇਜ਼ੀ ਨਾਲ ਹੀ ਧੜਾਮ ਦੇਣੇ ਹੇਠਾਂ ਨੂੰ ਆਇਆ, ਕਿਉਂਕਿ ਉਸ ਦੀ ਅਗਵਾਈ ਸੀ ਜਿਹੜੀ ਉਹ ਇੱਕ ਆਰਗੇਨਾਈਜ਼ਡ ਰੂਪ ਦੇ ਵਿੱਚ ਨਹੀਂ ਸੀ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਅਧਿਆਪਕ ਸਮਾਜ ਦੇ ਵਿੱਚ ਹੋਰ ਬਿਹਤਰ ਹਿੱਸਾ ਪਾ ਸਕਦਾ ਜੇ ਉਹ ਜਥੇਬੰਦ ਹੋ ਕੇ ਅਜਿਹੀਆਂ ਜਥੇਬੰਦੀਆਂ ਦਾ ਹਿੱਸਾ ਬਣੇ ਜਿਹੜੀਆਂ ਸਮਾਜਿਕ ਸਰੋਕਾਰਾਂ ਦੇ ਨਾਲ ਜੁੜੀਆਂ ਹੋਣ। ਤੇ ਅਧਿਆਪਕ ਹੋਵੇ ਕਿਵੇਂ ਦਾ? ਮੈਂ ਸਮਝਦਾ ਕਿ ਆਦਰਸ਼ਕ ਅਧਿਆਪਕ ਆ ਜਿਹੜਾ, ਉਹ ਜਿਵੇਂ ਪਹਿਲਾ ਅਧਿਆਪਕ ਇੱਕ ਕਿਤਾਬ ਆ, ਬਹੁਤ ਅੱਛੀ ਕਿਤਾਬ ਆ, ਲੇਖਕ ਨੇ ਉਸ ਦੇ ਚੰਗੇਜ਼ ਆਇਤਮਾ ਤੋਂ। ਚੰਗੇਜ਼ ਆਪਣੀ ਇਸ ਕਿਤਾਬ ਪਹਿਲਾ ਅਧਿਆਪਕ ਦੇ ਵਿੱਚ ਦੁਇਸ਼ੇਨ ਦਾ ਜ਼ਿਕਰ ਕਰਦੇ ਨੇ ਕਿ ਦੁਇਸ਼ੇਨ ਜਦੋਂ 1917 ਦੇ ਵਿੱਚ ਰੂਸ ਦੇ ਵਿੱਚ ਬੋਲਸ਼ੇਵਿਕ ਪਾਰਟੀ ਦੇ ਅਗਵਾਈ ਦੇ ਵਿੱਚ ਕ੍ਰਾਂਤੀ ਹੁੰਦੀ ਹੈ, ਇਨਕਲਾਬ ਹੁੰਦਾ, ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਦੁਇਸ਼ੇਨ ਨਾਂ ਦਾ ਵਿਅਕਤੀ ਜਿਹੜਾ ਖੁਦ ਬਹੁਤ ਘੱਟ ਪੜ੍ਹਿਆ ਲਿਖਿਆ ਹੋਇਆ, ਉਹ ਪਿੰਡ ਦੇ ਵਿੱਚ ਜਾਂਦਾ ਤੇ ਉੱਥੇ ਸਕੂਲ ਖੋਲ੍ਹਦਾ ਤੇ ਲੋਕਾਂ ਨੂੰ ਉਤਸ਼ਾਹਿਤ ਕਰਦਾ ਕਿ ਤੁਹਾਨੂੰ ਆਪਣੇ ਬੱਚੇ ਨੇ ਜਿਹੜੇ ਸਕੂਲ ਦੇ ਵਿੱਚ ਭੇਜਣੇ ਚਾਹੀਦੇ ਨੇ। ਤੇ ਉਸ ਦੇ ਵਿੱਚ ਜੋ ਡੈਡੀਕੇਸ਼ਨ ਦੇਖਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਉਹਨਾਂ ਨੂੰ ਸਿੱਖਿਆ ਦੇਣ ਦੇ ਲਈ, ਸਾਨੂੰ ਲੱਗਦਾ ਉਹ ਬਿਲਕੁਲ ਲਾਮਿਸਾਲ, ਬਾਕਮਾਲ ਡੈਡੀਕੇਸ਼ਨ ਆ ਕਿ ਉਹ ਕਿਵੇਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਉਹਨਾਂ ਦੇ ਚੰਗੇਰੇ ਭਵਿੱਖ ਦੇ ਲਈ ਉਹ ਆਪਣੀ ਜਾਨ ਤੱਕ ਕੁਰਬਾਨ ਕਰਨ ਤੱਕ ਪਹੁੰਚ ਜਾਂਦਾ। ਤੇ ਕਿਉਂ ਵਾਪਰਦਾ? ਦੁਇਸ਼ੇਨ ਵਰਗਾ ਅਧਿਆਪਕ ਕਿਵੇਂ ਬਣਦਾ? ਦੁਇਸ਼ੇਨ ਵਰਗਾ ਅਧਿਆਪਕ ਤਾਂ ਬਣਦਾ ਕਿਉਂਕਿ ਰਸ਼ੀਆ ਦੇ ਵਿੱਚ ਉੱਥੇ ਇਨਕਲਾਬੀ ਵਿਚਾਰਾਂ ਦਾ ਜੋ ਉੱਥੇ ਰਾਜ ਆਉਂਦਾ, ਜਿਸ ਦੇ ਵਿੱਚ ਸਭ ਲਈ ਬਰਾਬਰਤਾ ਵਾਲਾ ਸਮਾਜ, ਸਮਾਨ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਬਣਦਾ। ਤੇ ਉਸ ਦੇ ਵਿੱਚੋਂ ਲੋਕਾਂ ਦੇ ਵਿੱਚ ਇਹ ਹਿੰਮਤ ਬਣਦੀ ਆ ਕਿ ਹਾਂ, ਅਸੀਂ ਵੀ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਬਰਾਬਰਤਾ ਦੇ ਵਿੱਚ ਆ ਸਕਦੇ ਹਾਂ। ਤਾਂ ਸਾਨੂੰ ਲੱਗਦਾ ਕਿ ਆਦਰਸ਼ ਅਧਿਆਪਕ ਆ ਜਿਹੜਾ, ਉਹ ਦੁਇਸ਼ੇਨ ਵਰਗਾ ਹੋ ਸਕਦਾ, ਜਾਂ ਆਦਰਸ਼ ਅਧਿਆਪਕ ਹੋ ਸਕਦਾ ਕਿ ਪੰਜਾਬ ਦੇ ਵਿੱਚ ਹੀ ਮਾਸਟਰ ਮੋਤਾ ਸਿੰਘ ਪਤਾਰਾ, ਅਸੀਂ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਜਿਹੜਾ ਇਸ ਸਾਲ ਆ, ਇਸ ਨੂੰ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਕੀਤਾ ਹੋਇਆ। ਉਸ ਦੇ ਪ੍ਰਮੁੱਖ ਆਗੂ ਸੀ ਮਾਸਟਰ ਮੋਤਾ ਸਿੰਘ ਪਤਾਰਾ, ਹੈਡਮਾਸਟਰ ਰਹੇ, ਪ੍ਰਿੰਸੀਪਲ ਰਹੇ। ਤੇ ਉਹਨਾਂ ਸਮਿਆਂ ਦੇ ਵਿੱਚ, ਅੱਜ ਤੋਂ ਲਗਭਗ ਦੇਖੀਏ ਕਿ 100 ਸਾਲ ਪਹਿਲਾਂ, ਤਾਂ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਦੇ ਨੇ, ਅਲੱਗ-ਅਲੱਗ ਭਾਸ਼ਾਵਾਂ ਦੇ ਮਾਹਰ ਹੁੰਦੇ ਨੇ। ਉਹ ਸਕੂਲ ਦੇ ਵਿੱਚ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਤੇ ਅਧਿਆਪਕ ਦੇ ਤੌਰ ਤੇ ਵੀ ਪੜ੍ਹਾਉਂਦੇ ਨੇ ਤੇ ਸਮਾਜ ਦੇ ਵਿੱਚ ਵੀ ਆਪਣੇ ਅਧਿਆਪਕ ਹੋਣ ਦਾ ਜਿਹੜਾ ਫਰਜ਼ ਆ ਉਹ ਬਾਖੂਬੀ ਨਿਭਾਉਂਦੇ ਨੇ। ਮਾਸਟਰ ਜੀ ਬਾਰੇ ਮਸ਼ਹੂਰ ਸੀ, ਮਾਸਟਰ ਮੋਤਾ ਸਿੰਘ ਜੀ ਬਾਰੇ, ਕਿ ਜੋ ਉਹਨਾਂ ਦਾ ਇੱਕ ਵਾਰੀ ਭਾਸ਼ਣ ਸੁਣ ਲੈਂਦਾ ਸੀ ਤਾਂ ਉਹ ਭਾਸ਼ਣ ਰਾਹੀਂ ਕੀਲ ਲੈਂਦੇ ਸੀ। ਤੇ ਬਹੁਤ ਵਾਰੀ ਉਹਨਾਂ ਨੇ ਜੇਲ੍ਹ ਕੱਟੀ, ਬਹੁਤ ਵਾਰੀ ਤਸ਼ੱਦਦ ਝੱਲਿਆ ਅੰਗਰੇਜ਼ ਸਾਮਰਾਜ ਦਾ, ਪਰ ਉਹ ਜੂਝਦੇ ਰਹੇ, ਲੜਦੇ ਰਹੇ ਤੇ ਸਮਾਜ ਨੂੰ ਚੇਤਨ ਕਰਦੇ ਰਹੇ।
ਤਾਂ ਮਾਸਟਰ ਮੋਤਾ ਸਿੰਘ ਜੀ ਵਰਗੇ ਜਿਹੜੇ ਅਧਿਆਪਕ ਨੇ ਉਹ ਕਿਵੇਂ ਬਣਦੇ ਨੇ? ਉਹ ਐਵੇਂ ਬਣਦੇ ਨੇ ਕਿ ਉਹ ਨੌਜਵਾਨ ਭਾਰਤ ਸਭਾ ਵਰਗੀ ਇਨਕਲਾਬੀ ਜਥੇਬੰਦੀ ਤੋਂ ਵਿਚਾਰਾਂ ਦੀ ਸੇਧ ਲੈਂਦੇ ਸੀ। ਉਹ ਰੂਸ ਦੀ ਬੋਲਸ਼ੇਵਿਕ ਪਾਰਟੀ ਸੀ ਜਿਹੜੀ ਉਸ ਸਮੇਂ ਦੀ, ਉਸ ਦੇ ਨਾਲ ਵਿਚਾਰਧਾਰਕ ਸਾਂਝ ਰੱਖਦੇ ਸੀ। ਉਹ ਬੱਬਰ ਅਕਾਲੀ ਲਹਿਰ ਆ ਜਿਹੜੀ, ਉਸ ਦੀ ਅਗਵਾਈ ਤਾਂ ਕਰ ਸਕੇ ਸਾਨੂੰ ਲੱਗਦਾ ਕਿ ਉਹ ਜਿਹੇ ਅਧਿਆਪਕ ਹੋਣ ਦੇ ਨਾਲ ਨਾਲ ਉਹ ਸਮਾਜ ਦੇ ਸਰੋਕਾਰਾਂ ਨਾਲ ਵੀ ਜੁੜੇ ਹੋਏ ਸੀ ਤੇ ਵਿਚਾਰਧਾਰਕ ਤੌਰ ਤੇ ਵੀ ਇੱਕ ਪਰਿਪੱਕ ਵਿਅਕਤੀ ਸੀ। ਤਾਂ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸ਼ਹੀਦ ਕਿਰਨਜੀਤ ਕੌਰ, ਦੇਖੋ ਕਿਰਨਜੀਤ ਕੌਰ ਐਕਸ਼ਨ ਕਮੇਟੀ ਦਾ ਜਦੋਂ ਅਸੀਂ ਸੰਘਰਸ਼ ਦੇਖਦੇ ਹਾਂ ਤਾਂ ਉਸ ਦੇ ਵਿੱਚ ਜਿੱਥੇ ਅਗਵਾਈ ਕਰਤਾ ਦੇ ਵਜੋਂ ਮਰਦਾਂ ਦਾ ਰੋਲ ਆ, ਉੱਥੇ ਸਹਾਇਕ ਦੇ ਤੌਰ ਤੇ ਬਿਲਕੁਲ ਬਰਾਬਰ ਖੜਨ ਦੇ ਤੌਰ ਤੇ ਔਰਤਾਂ ਦਾ ਵੀ ਇੱਕ ਵੱਡਾ ਰੋਲ ਆ। ਇੱਥੇ ਮੈਂ ਜ਼ਰੂਰ ਤੁਹਾਡੇ ਸਾਹਮਣੇ ਜ਼ਿਕਰ ਕਰਨਾ ਚਾਹੂੰਗਾ ਗਦਰ ਲਹਿਰ ਦੇ ਵਿੱਚ ਗਦਰੀ ਗੁਲਾਬ ਕੌਰ ਦਾ। ਜ਼ਰੂਰ ਪੜ੍ਹਨਾ ਚਾਹੀਦਾ ਸਾਨੂੰ, ਖਾਸ ਤੌਰ ਤੇ ਔਰਤਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਗਦਰੀ ਗੁਲਾਬ ਕੌਰ ਬਾਰੇ, ਜਿਹਨੂੰ ਮਾਈ ਭਾਗੋ ਦੀ ਵਾਰਸ ਆਖਿਆ ਜਾਂਦਾ। ਕਿਵੇਂ ਸੀ ਮਾਈ ਭਾਗੋ ਦੀ ਵਾਰਸ ਗਦਰੀ ਗੁਲਾਬ ਕੌਰ? ਕਿ ਜਿਵੇਂ ਅਸੀਂ ਸਿੱਖ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਮਾਈ ਭਾਗੋ ਜਦੋਂ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਆ ਗਏ ਸੀ, ਤਾਂ ਜਦੋਂ ਉਹ ਆਪਣੇ ਪਿੰਡ ਦੇ ਵਿੱਚ ਪਹੁੰਚਦੇ ਨੇ ਤਾਂ ਮਾਈ ਭਾਗੋ ਉਹਨਾਂ ਦੀ ਅਣਖ ਨੂੰ ਵੰਗਾਰਦੀ ਆ ਕਿ ਵਾਪਸ ਜਾਓ, ਜੇ ਤੁਸੀਂ ਨਹੀਂ ਜਾਓਗੇ ਤਾਂ ਤੁਹਾਡੀ ਥਾਂ ਤੇ ਮੈਂ ਜਾਊਂਗੀ ਗੁਰੂ ਦਾ ਸਾਥ ਦੇਣ। ਤੇ ਉਹਨਾਂ ਦੀ ਅਣਖ ਨੂੰ ਜਗਾਉਂਦੀ ਆ ਤੇ ਖੁਦ ਉਹਨਾਂ ਦੇ ਨਾਲ ਘੋੜੇ ਦੇ ਉੱਪਰ ਵਾਪਸ ਉੱਥੇ ਜਾਂਦੀ ਆ ਖਦਰਾਣੇ ਦੀ ਢਾਬ। ਤੇ ਉਹੀ 40 ਸਿੰਘ ਹੋ ਸਕਦਾ ਸੀ ਜਿਨ੍ਹਾਂ ਨੇ ਸ਼ਾਇਦ ਗਦਾਰ ਸਾਬਤ ਹੋ ਜਾਂਦੇ, ਉਹ 40 ਸਿੰਘ 40 ਮੁਕਤੇ ਸਾਬਤ ਹੋਏ ਤੇ ਗੁਰੂ ਸਾਹਿਬ ਨੇ ਜਿਹੜਾ ਉਹ ਬੇਦਾਵਾ ਸੀ ਉਹ ਆਪਣੇ ਹੱਥੀਂ ਆਪ ਫਾੜਿਆ। ਤਾਂ ਇਸੇ ਢੰਗ ਨਾਲ ਜਦੋਂ ਅਸੀਂ ਗਦਰੀ ਗੁਲਾਬ ਕੌਰ ਬਾਰੇ ਪੜ੍ਹਦੇ ਹਾਂ, ਜਾਣਦੇ ਹਾਂ ਗਦਰੀ ਗੁਲਾਬ ਕੌਰ ਬਾਰੇ, ਕਿ ਗਦਰੀ ਗੁਲਾਬ ਕੌਰ ਗਦਰ ਲਹਿਰ ਦੇ ਵਿੱਚ ਬਿਲਕੁਲ ਮਾਈ ਭਾਗੋ ਵਾਲਾ ਹੀ ਰੋਲ ਨਿਭਾਉਂਦੀ ਆ। ਉਹ ਗਦਰ ਲਹਿਰ ਜਿਸ ਦੇ ਜਦੋਂ ਅਖਬਾਰ ਛਪਦਾ ਸੀ ਗਦਰ, ਉਸ ਦੇ ਉੱਪਰ ਪੰਕਤੀਆਂ ਲਿਖੀਆਂ ਹੁੰਦੀਆਂ ਸੀ ਕਿ ਜੌ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ। ਕਿ ਉਹ ਆਵੇ ਇਸ ਰਸਤੇ ਤੇ ਜਿਸ ਨੂੰ ਜਾਣ ਦੀ ਪਰਵਾਹ ਨਾ ਹੋਵੇ, ਉਹ ਆਵੇ ਇਸ ਰਸਤੇ ਤੇ ਜਿਸ ਦੇ ਵਿੱਚ ਕੁਰਬਾਨੀ ਕਰਨ ਦੀ ਭਾਵਨਾ ਹੋਵੇ। ਤਾਂ ਉਸ ਗਦਰ ਲਹਿਰ ਦੇ ਵਿੱਚ ਗਦਰੀ ਗੁਲਾਬ ਕੌਰ ਦਾ ਇੱਕ ਵੱਡਾ ਰੋਲ ਆ। ਕੀ ਰੋਲ ਆ ਉਸ ਦੇ ਵਿੱਚ? ਕਿ ਗਦਰੀ ਗੁਲਾਬ ਕੌਰ ਜਦੋਂ ਗਦਰ ਲਹਿਰ ਦੇ ਲਈ ਪੂਰੀ ਇੱਕ ਮੁਹਿੰਮ ਚੱਲ ਰਹੀ ਸੀ ਤਾਂ ਮਨੀਲਾ ਫਿਲਪਾਈਨ ਦੀ ਰਾਜਧਾਨੀ ਆ, ਤਾਂ ਉੱਥੇ ਜਦੋਂ ਗਦਰੀਆਂ ਦੀ ਇੱਕ ਮੀਟਿੰਗ ਚੱਲਦੀ ਆ, ਲਗਭਗ ਇਹ ਅਗਸਤ 1914 ਦੀ ਗੱਲ ਆ, ਤਾਂ ਉੱਥੇ ਗਦਰੀ ਹੋਕਾ ਦਿੰਦੇ ਨੇ ਕਿ ਆਓ ਦੇਸ਼ ਨੂੰ ਚੱਲੀਏ ਤੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜੀਏ। ਤਾਂ ਉਸ ਸਮੇਂ ਗੁਲਾਬ ਕੌਰ ਦਾ ਜਿਹੜਾ ਪਤੀ ਆ ਉਹ ਵੀ ਆਪਣਾ ਨਾਮ ਸ਼ਾਮਲ ਕਰਾ ਦਿੰਦਾ ਉਸ ਸੂਚੀ ਦੇ ਵਿੱਚ ਕਿ ਮੈਂ ਵੀ ਜਾਊਂਗਾ ਭਾਰਤ ਦੇ ਵਿੱਚ ਤੇ ਅੰਗਰੇਜ਼ ਸਾਮਰਾਜ ਖਿਲਾਫ ਲੜੂੰਗਾ। ਪਰ ਜਦੋਂ ਤੁਰਨ ਦਾ ਮੌਕਾ ਆਉਂਦਾ ਤਾਂ ਡੋਲ ਜਾਂਦਾ। ਤਾਂ ਫਿਰ ਉੱਥੇ ਮਾਈ ਭਾਗੋ ਦੀ ਵਾਰਸ ਬਣਦੀ ਆ ਗੁਲਾਬ ਕੌਰ ਤੇ ਆਪਣੇ ਪਤੀ ਨੂੰ ਕਹਿੰਦੀ ਆ ਕਿ ਜੇ ਤੂੰ ਨਹੀਂ ਜਾਣਾ ਚਾਹੁੰਦਾ ਤੂੰ ਨਾ ਜਾ, ਮੈਂ ਤੇਰੀ ਜਗ੍ਹਾ ਤੇ ਜਾਊਂਗੀ, ਤੂੰ ਸਾਂਭ ਚੁੱਲ੍ਹਾ ਚੌਂਕਾ। ਤਾਂ ਇਸ ਤਰੀਕੇ ਨਾਲ ਬਿਲਕੁਲ ਉਹ ਆਪਣਾ ਬਣਦਾ ਜਿਹੜਾ ਰੋਲ ਆ ਉਹ ਨਿਭਾਉਂਦੀ ਆ ਤੇ ਉੱਥੋਂ ਤੁਰਦੀ ਆ। ਮੈਂ ਤੁਹਾਡੇ ਨਾਲ 2-3 ਸਤਰਾਂ ਜ਼ਰੂਰ ਸਾਂਝੀਆਂ ਕਰੂੰਗਾ, ਜਿਹੜੀਆਂ ਸਤਰਾਂ ਦੇ ਵਿੱਚ ਗੁਲਾਬ ਕੌਰ, ਤਾਂ ਮੈਂ ਗੱਲ ਕਰ ਰਿਹਾ ਸੀ ਕਿ ਗਦਰੀ ਗੁਲਾਬ ਕੌਰ ਜਦੋਂ ਵਾਪਸ ਆਉਂਦੀ ਹੈ ਭਾਰਤ ਵੱਲ ਤਾਂ ਹਾਂਗਕਾਂਗ ਦੇ ਵਿੱਚ ਇੱਕ ਭਾਸ਼ਣ ਦਿੰਦੀ ਆ ਜੋ ਕਿ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ। ਆਪਣੇ ਭਾਸ਼ਣ ਦੇ ਵਿੱਚ ਉਹ ਕਵਿਤਾ ਪੜ੍ਹਦੀ ਆ ਕਿ ਹਿੰਦੁਸਤਾਨੀਓ ਹੋਸ਼ ਕਰੋ ਕਾਇਮ, ਹਿੰਮਤ ਕਰੋ ਸ਼ਰਮਾਉਣ ਦੀ ਲੋੜ ਕੀ ਹੈ, ਚਲੋ ਮੁਲਕ ਅੰਦਰ ਗਦਰ ਕਰੀਏ, ਹੁਣ ਗੁਲਾਮ ਕਹਾਉਣ ਦੀ ਲੋੜ ਕੀ ਹੈ। ਤੇ ਇਸ ਕਵਿਤਾ ਨੂੰ ਪੜ੍ਹਨ ਤੋਂ ਬਾਅਦ ਗਦਰੀ ਗੁਲਾਬ ਕੌਰ ਉੱਥੇ ਹੋਕਾ ਦਿੰਦੀ ਆ ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਦੇ ਵਿੱਚ ਕਿ ਜੇ ਕੋਈ ਮਨੁੱਖ ਇਸ ਇਕੱਠ ਵਿੱਚ ਸ਼ਾਮਲ ਹੋਵੇ ਜਿਹੜਾ ਉਹ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਪਿੱਛੇ ਹਟਣਾ ਚਾਹੁੰਦਾ ਤਾਂ ਉਹ ਪਿੱਛੇ ਹਟ ਜਾਵੇ, ਅਸੀਂ ਜਾਵਾਂਗੀਆਂ ਉਸ ਦੀ ਥਾਂ ਤੇ ਯੁੱਧ ਦੇ ਮੈਦਾਨ ਦੇ ਵਿੱਚ। ਤਾਂ ਇਸ ਤਰੀਕੇ ਨਾਲ ਉਹ ਗਦਰੀ ਗੁਲਾਬ ਕੌਰ ਆ ਜਿਹੜੀ ਉਹ ਆਪਣਾ ਬਣਦਾ ਰੋਲ ਆ ਜਿਹੜਾ ਗਦਰ ਲਹਿਰ ਦੇ ਵਿੱਚ ਨਿਭਾਉਂਦੀ ਆ। ਤੇ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ
ਕਿ ਗਦਰ ਲਹਿਰ ਦਾ ਮਨੋਰਥ ਸੀ ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ੀ ਗੁਲਾਮੀ ਤੋਂ ਭਾਰਤ ਨੂੰ ਆਜ਼ਾਦ ਕਰਵਾਉਣਾ। ਤੇ 3 ਸ਼ਰਤਾਂ ਮੈਂ ਤੁਹਾਡੇ ਨਾਲ ਇੱਥੇ ਜ਼ਰੂਰ ਸਾਂਝਾ ਕਰੂੰਗਾ, ਜਿਨ੍ਹਾਂ ਨੂੰ ਮੰਨ ਕੇ ਹਰ ਕੋਈ ਗਦਰ ਪਾਰਟੀ ਦਾ ਮੈਂਬਰ ਬਣਦਾ ਸੀ ਤੇ ਜਿਸ ਨੂੰ ਗੁਲਾਬ ਕੌਰ ਨੇ ਵੀ ਮੰਨਿਆ। ਪਹਿਲੀ ਸ਼ਰਤ ਸੀ ਕਿ ਹਰ ਮੈਂਬਰ ਘੱਟੋ ਘੱਟ $1 ਮਹੀਨਾ ਚੰਦਾ ਦੇਊਗਾ। ਤੇ ਦੂਜੀ ਅਹਿਮ ਸ਼ਰਤ ਸੀ ਜਿਹੜੀ ਹੁਣ ਇਸ ਸਮੇਂ ਦੇ ਵਿੱਚ ਜਦੋਂ RSS ਤੇ BJP ਫਿਰਕੂ ਧਰੁਵੀਕਰਨ ਦਾ ਜਿਹੜਾ ਜ਼ਹਿਰ ਆ ਉਹ ਫੈਲਾ ਰਹੀ ਆ, ਉਹ ਦੂਜੀ ਸ਼ਰਤ ਮੈਨੂੰ ਲੱਗਦਾ ਵੀ ਜ਼ਰੂਰ ਗੌਰ ਕਰਨਾ ਬਣਦੀ ਆ। ਦੂਜੀ ਸ਼ਰਤ ਸੀ ਗਦਰ ਪਾਰਟੀ ਦਾ ਮੈਂਬਰ ਬਣਨ ਦੀ ਕਿ ਜਥੇਬੰਦੀ ਦੇ ਵਿੱਚ ਮਜ਼ਹਬੀ ਬਹਿਸਾਂ ਦੀ ਕੋਈ ਥਾਂ ਨਹੀਂ ਹੋਊਗੀ। ਮਜ਼ਹਬ ਜਾਂ ਧਰਮ ਹਰ ਕਿਸੇ ਦਾ ਆਪਣਾ ਨਿੱਜੀ ਕੰਮ ਹੋਊਗਾ। ਤੇ ਤੀਸਰਾ ਸੀ ਕਿ ਜਥੇਬੰਦੀ ਦਾ ਜੋ ਵੀ ਮੈਂਬਰ ਹੋਊਗਾ ਉਹ ਕਿਤੇ ਵੀ ਹੋਊਗਾ, ਜਦੋਂ ਗਦਰ ਦਾ ਐਲਾਨ ਹੋ ਗਿਆ ਤਾਂ ਜੇ ਜਿੱਥੇ ਉਹ ਹੋਇਆ ਉੱਥੇ ਗਦਰ ਨੂੰ ਲੈ ਕੇ ਕੋਈ ਸਰਗਰਮੀ ਹੋਈ ਤਾਂ ਉਹ ਉਸ ਦਾ ਹਿੱਸਾ ਬਣੂਗਾ। ਤਾਂ ਤੁਸੀਂ ਦੇਖੋ ਕਿ ਗੁਲਾਬ ਕੌਰ, ਜਿਸ ਨੂੰ ਇੱਕ ਔਰਤ ਕਹਿ ਕੇ ਹੋ ਸਕਦਾ ਸੀ ਕਿ ਪਿੱਛੇ ਧੱਕ ਦਿੱਤਾ ਜਾਂਦਾ ਕਿ ਨਹੀਂ ਇਹ ਅਗਵਾਈ ਕਰ ਸਕਦੀ, ਉਹ ਇਸ ਗਦਰ ਪਾਰਟੀ ਦੀ ਇਨਕਲਾਬੀ ਗਦਰ ਪਾਰਟੀ ਦੀ ਮੈਂਬਰ ਵੀ ਬਣਦੀ ਆ ਤੇ ਇਹ ਸਾਰੀਆਂ ਸ਼ਰਤਾਂ ਨੂੰ ਮਨਜ਼ੂਰ ਵੀ ਕਰਦੀ ਆ ਤੇ ਉਹ ਗਦਰ ਦੇ ਵਿੱਚ ਅਹਿਮ ਰੋਲ ਨਿਭਾਉਂਦੀ ਆ। ਸ਼ਾਇਦ ਜੇ ਗਦਾਰੀ ਨਾ ਕਰਦੇ ਕੁਝ ਲੋਕ, ਉਸ ਗਦਰ ਨੇ ਭਾਰਤ ਦਾ ਇਤਿਹਾਸ ਸੀ ਜਿਹੜਾ ਉਹ ਬਦਲ ਦੇਣਾ ਸੀ ਤੇ ਉਸ ਦੇ ਵਿੱਚ ਸਾਨੂੰ ਲੱਗਦਾ ਵੀ ਜੋ ਗਦਰੀ ਗੁਲਾਬ ਕੌਰ ਸੀ ਉਸ ਦਾ ਇੱਕ ਅਹਿਮ ਰੋਲ ਹੋਣਾ ਸੀ। ਤਾਂ ਇਸੇ ਤਰੀਕੇ ਦੇ ਨਾਲ ਸਾਨੂੰ ਲੱਗਦਾ ਕਿ ਜੋ ਅਧਿਆਪਕ ਨੇ ਉਹ ਇਸ ਢੰਗ ਦੇ ਹੋ ਸਕਦੇ ਨੇ। ਅਧਿਆਪਕ ਦੁਸ਼ਿਆਨ ਵਰਗੇ ਹੋ ਸਕਦੇ ਨੇ, ਮਾਸਟਰ ਮੋਤਾ ਸਿੰਘ ਪਤਾਰਾ ਵਰਗੇ ਹੋ ਸਕਦੇ ਨੇ ਤੇ ਸਾਡੀਆਂ ਅਧਿਆਪਕਾਵਾਂ ਜਾਂ ਬਾਕੀ ਔਰਤਾਂ ਨੇ ਜਿਹੜੀਆਂ ਉਹ ਗਦਰੀ ਗੁਲਾਬ ਕੌਰ ਵਰਗੀਆਂ ਹੋ ਸਕਦੀਆਂ ਨੇ। ਤੇ ਹੁਣ ਜੋ ਦੌਰ ਚੱਲ ਰਿਹਾ ਉਹ ਵਾਕਈ ਇਸ ਗੱਲ ਵੱਲ ਗੌਰ ਕਰਨਾ ਬਣਦਾ ਕਿ ਇਹ ਦੌਰ ਵਾਕਈ ਬਹੁਤ ਖਤਰਨਾਕ ਦੌਰ ਆ। ਇਸ ਦੌਰ ਦੇ ਵਿੱਚ ਅਧਿਆਪਕ ਦਾ ਰੋਲ ਹੋਰ ਜ਼ਿਆਦਾ ਵੱਡਾ ਹੋ ਜਾਂਦਾ ਕਿਉਂਕਿ ਇਹ ਦੌਰ ਹੈਗਾ RSS ਤੇ BJP ਦੀ ਕੇਂਦਰ ਸਰਕਾਰ ਦਾ ਜਦੋਂ ਰਾਜ ਆ ਤੇ ਉਸ ਦੀਆਂ ਬਾਕੀ ਰਾਜ ਸਰਕਾਰਾਂ ਨੇ ਜਿਹੜੀਆਂ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਪੂਰੀ ਤਰ੍ਹਾਂ ਕੇਂਦਰੀਕਰਨ, ਭਗਵਾਂਕਰਨ ਤੇ ਨਿੱਜੀਕਰਨ ਲੈ ਕੇ ਆ ਰਹੀਆਂ ਨੇ। ਤਾਂ ਹੁਣ ਅਧਿਆਪਕ ਦਾ ਰੋਲ ਇਹ ਬਣਦਾ ਕਿ ਉਹ ਜੋ ਸਿੱਖਿਆ ਦੇ ਵਿੱਚ ਸਾਰਾ ਕੁਝ ਲੈ ਕੇ ਆ ਰਹੀਆਂ ਨੇ, ਪਿਛਾਕੜਪਣ ਲੈ ਕੇ ਆ ਰਹੀ ਆ ਕੇਂਦਰ ਸਰਕਾਰ BJP RSS, ਉਹ ਪਹਿਲਾਂ ਉਸ ਨੂੰ ਖੁਦ ਸਮਝੇ, ਉਹ ਦੇਖੇ ਕਿ ਇਸ ਦੇ ਵਿੱਚ ਕੇਂਦਰੀਕਰਨ ਕਿਵੇਂ ਆ ਰਿਹਾ, ਉਹ ਸਮਝੇ ਕਿ ਭਗਵਾਂਕਰਨ ਦਾ ਏਜੰਡਾ, ਜੋ ਸਿਲੇਬਸ ਕਟੌਤੀਆਂ ਹੋ ਰਹੀਆਂ ਨੇ, ਕਿ ਸਿਲੇਬਸ ਕਟੌਤੀਆਂ ਦੇ ਵਿੱਚ ਕਿਉਂ ਸਿਰਫ ਉਹੀ ਸਿਲੇਬਸ ਹਟਾਇਆ ਜਾ ਰਿਹਾ ਜੋ RSS ਦੀ ਜੋ ਵਿਚਾਰਧਾਰਾ ਉਸ ਦੇ ਵਿੱਚ ਇੱਕ ਰੋੜਾ ਬਣਦਾ। ਤੁਸੀਂ ਦੇਖੋ ਕਿ RSS ਦੀ ਵਿਚਾਰਧਾਰਾ ਮਨੂ ਸਮ੍ਰਿਤੀ ਆਧਾਰਿਤ ਵਿਚਾਰਧਾਰਾ, ਜਿਸ ਦੇ ਵਿੱਚ ਜੋ ਔਰਤਾਂ ਨੇ ਜਾਂ ਉਸ ਸਮੇਂ ਸ਼ੂਦਰ ਵਰਗ ਜਾਂ ਅੱਜ ਦੇ ਸਮੇਂ ਦੇ ਵਿੱਚ ਤਥਾਕਥਿਤ ਜਿਨ੍ਹਾਂ ਨੂੰ ਨੀਵੀਂ ਜਾਤ ਕਹਿ ਦਿੰਦੇ ਨੇ, ਉਹ ਨੇ, ਉਸ ਦੇ ਲਈ ਕੋਈ ਥਾਂ ਨਹੀਂ ਹੈਗੀ। ਤਾਂ ਸਿਲੇਬਸ ਦੇ ਵਿੱਚ ਜਿੱਥੇ ਜਿੱਥੇ ਕੁਝ ਵੀ ਵਿਗਿਆਨਕ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਜੋ ਜਾਤੀ ਪ੍ਰਬੰਧ ਆ ਉਹ ਕੋਈ ਕਿਸੇ ਅਦ੍ਰਿਸ਼ ਤਾਕਤ ਦੀ ਦੇਣ ਨਹੀਂ ਹੈਗਾ। ਸਿਲੇਬਸ 'ਚ ਦੱਸਿਆ ਗਿਆ ਸੀ ਕਿ ਜਾਤੀ ਪ੍ਰਬੰਧ ਮਨੂ ਸਮ੍ਰਿਤੀ ਆਧਾਰਿਤ ਜੋ ਵੀ ਪ੍ਰਬੰਧ ਖੜਾ ਕੀਤਾ ਗਿਆ ਉਸ ਵੱਲੋਂ ਸਥਾਪਿਤ ਕੀਤਾ ਗਿਆ। ਤਾਂ ਸਿਲੇਬਸ ਦੇ ਵਿੱਚੋਂ ਉਹ ਸਭ ਕੁਝ ਹਟਾ ਦਿੱਤਾ ਗਿਆ। ਸਿਲੇਬਸ ਦੇ ਵਿੱਚੋਂ ਲੋਕ ਲਹਿਰਾਂ ਸੀ ਜਿਹੜੀਆਂ ਉਹਨਾਂ ਦਾ ਹਿੱਸਾ ਹਟਾ ਦਿੱਤਾ ਗਿਆ। ਸਿਲੇਬਸ ਦੇ ਵਿੱਚੋਂ ਉਦਯੋਗਿਕ ਕ੍ਰਾਂਤੀ ਕਿਵੇਂ ਆਈ ਦੁਨੀਆ ਦੇ ਵਿੱਚ ਉਹ ਹਟਾ ਦਿੱਤਾ ਗਿਆ। ਸਿਲੇਬਸ ਦੇ ਵਿੱਚੋਂ ਡਾਰਵਿਨ ਦੀ ਥਿਊਰੀ ਹਟਾ ਦਿੱਤੀ ਗਈ ਆ। ਕਹਿਣ ਦਾ ਭਾਵ ਕਿ ਉਹ ਸਿਲੇਬਸ ਜਿਸ ਦੇ ਵਿੱਚ ਪਹਿਲਾਂ ਹੀ ਬਹੁਤ ਕੁਝ ਗੈਰ ਵਿਗਿਆਨਕ ਸੀ, ਉਸ ਦੇ ਵਿੱਚ ਥੋੜਾ ਜਿਹਾ ਵੀ ਜੋ ਕੁਝ ਬਚਿਆ ਖੁਚਿਆ ਵਿਗਿਆਨਕ ਹਿੱਸਾ ਸੀ ਉਸ ਨੂੰ ਵੀ RSS ਤੇ BJP ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਹਟਾ ਰਹੀਆਂ ਨੇ। ਤਾਂ ਫਿਰ ਜਦੋਂ ਹਟਾ ਰਹੀਆਂ ਨੇ ਸਿਲੇਬਸ, ਬਿਲਕੁਲ ਉਸ ਦੀ ਥਾਂ ਤੇ ਨਵਾਂ ਕੁਝ ਲੈ ਕੇ ਵੀ ਆਉਣਗੀਆਂ। ਕੀ ਲੈ ਕੇ ਆਉਣਗੀਆਂ? ਨਵਾਂ ਲੈ ਕੇ ਆਉਣਗੀਆਂ ਜੋ ਮਨੂ ਸਮ੍ਰਿਤੀ ਆਧਾਰਿਤ ਜਾਂ ਭਗਵਾਂਕਰਨ ਆਧਾਰਿਤ RSS BJP ਦੀ ਵਿਚਾਰਧਾਰਾ। ਤਾਂ ਜੇ ਹੁਣ ਅਧਿਆਪਕ ਇਸ ਨੂੰ ਤਰਕ ਨਾਲ ਜਾਂ ਵਿਗਿਆਨਕ ਢੰਗ ਦੇ ਨਾਲ ਖੁਦ ਨਹੀਂ ਸਮਝੂਗਾ ਤਾਂ ਫਿਰ ਉਹ ਬਾਕੀ ਲੋਕਾਂ ਨੂੰ ਕਿਵੇਂ ਸਮਝਾਊਗਾ? ਤੇ ਜੇ ਅਧਿਆਪਕ ਨਾ ਸਮਝਿਆ ਤੇ ਉਸਨੇ RSS ਦੀ ਜੋ ਫਿਰਕੂ
ਆਧਾਰ ਤੇ ਲੋਕਾਂ ਨੂੰ ਵੰਡਣ ਦੀ ਨੀਤੀ ਆ, ਉਸੇ ਆਧਾਰਿਤ ਸਿਲੇਬਸ ਨੂੰ ਬੱਚਿਆਂ ਨੂੰ ਪੜ੍ਹਾਇਆ, ਲੋਕਾਂ ਤੱਕ ਪੁੱਜਦਾ ਕੀਤਾ, ਤਾਂ ਮੈਨੂੰ ਲੱਗਦਾ ਵੀ ਅਧਿਆਪਕ ਆ ਜਿਹੜਾ ਉਹ ਵਾਕਈ ਦੋਖੀ ਸਾਬਤ ਹੋਊਗਾ। ਇਸ ਕਰਕੇ ਬਹੁਤ ਅਹਿਮ ਰੋਲ ਆ ਜੋ ਇਸ ਸਮੇਂ ਚੱਲ ਰਿਹਾ ਕਿ ਅਧਿਆਪਕ ਸਮਝੇ ਕਿ RSS BJP ਕਿਸ ਤਰੀਕੇ ਨਾਲ ਸਿਲੇਬਸ ਦੇ ਵਿੱਚ, ਸਿੱਖਿਆ ਦੇ ਵਿੱਚ ਆਪਣੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਆ। ਇਸੇ ਕਰਕੇ ਮੈਂ ਤੁਹਾਡੇ ਨਾਲ ਇੱਥੇ ਸਾਂਝਾ ਵੀ ਕਰੂੰਗਾ ਕਿ ਅਸੀਂ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਇੱਕ ਇਹ ਕਿਤਾਬਚਾ ਵੀ ਤਿਆਰ ਕੀਤਾ ਕਿ ਸਿਲੇਬਸ ਦੀ ਸ਼ਾਂਗ ਸੰਗਾਈ, ਤਰਕ ਵਿਰੋਧੀ ਅਤੇ ਵਿਵੇਕ ਵਿਰੋਧੀ। ਜ਼ਰੂਰ ਸਾਨੂੰ ਪੜ੍ਹਨਾ ਚਾਹੀਦਾ, ਅਧਿਆਪਕਾਂ ਨੂੰ ਖਾਸ ਤੌਰ ਤੇ ਪੜ੍ਹਨਾ ਚਾਹੀਦਾ, ਬਾਕੀ ਲੋਕਾਂ ਨੂੰ ਵੀ ਪੜ੍ਹਨਾ ਚਾਹੀਦਾ ਕਿ ਸਿਲੇਬਸ ਦੇ ਵਿੱਚ ਕਿਸ ਤਰੀਕੇ ਦੀਆਂ ਮਾਰੂ ਤਬਦੀਲੀਆਂ ਨੇ ਜਿਹੜੀਆਂ ਉਹ RSS ਤੇ BJP ਵੱਲੋਂ ਕੀਤੀਆਂ ਜਾ ਰਹੀਆਂ ਨੇ। ਦੇਖੋ RSS ਆ ਜਿਹੜੀ, ਉਸ ਦਾ ਰਾਜ ਕਰਨ ਦਾ ਢੰਗ ਤਰੀਕਾ ਫਾਸ਼ੀਵਾਦੀ ਹੈ। ਫਾਸ਼ੀਵਾਦ ਕੀ ਹੁੰਦਾ? ਫਾਸ਼ੀਵਾਦ ਡੰਡੇ ਦਾ ਰਾਜ ਆ। ਜਿਵੇਂ ਦਿਨ ਦਾ ਉਲਟ ਰਾਤ ਹੁੰਦਾ, ਉਸੇ ਤਰੀਕੇ ਦੇ ਨਾਲ ਜੋ ਇਨਕਲਾਬ ਆ ਉਸ ਦਾ ਉਲਟ ਆ ਜਿਹੜਾ ਉਹ ਫਾਸ਼ੀਵਾਦ ਆ। ਬਰਾਬਰਤਾ ਦਾ ਉਲਟ ਆ ਫਾਸ਼ੀਵਾਦ। ਤਾਂ ਫਾਸ਼ੀਵਾਦ ਫਿਰਕੂ ਧਰੁਵੀਕਰਨ ਆਧਾਰਿਤ ਲੈ ਕੇ ਆ ਰਹੀ ਆ। ਦੇਖੋ ਕਿ ਪਹਿਲਾਂ ਉਹਨਾਂ ਨੇ ਕਸ਼ਮੀਰ ਦਾ ਮਾਮਲਾ ਲੈ ਕੇ ਆਏ, ਧਾਰਾ 370 ਖਤਮ ਕੀਤੀ। ਕਸ਼ਮੀਰੀ ਲੋਕਾਂ ਨੂੰ ਪਿਛਲੇ ਲਗਭਗ ਤੁਸੀਂ ਲਗਾਓ ਕਿ 4 ਸਾਲਾਂ ਤੋਂ ਕਸ਼ਮੀਰ ਨੂੰ ਇੱਕ ਖੁੱਲੀ ਜੇਲ੍ਹ ਬਣਾਇਆ ਹੋਇਆ। 6 ਅਗਸਤ 2019 ਦਾ ਕੀਤਾ ਹੋਇਆ ਉਹ ਫੈਸਲਾ ਸੰਵਿਧਾਨ ਵਿਰੋਧੀ ਵੀ ਆ, ਲੋਕ ਵਿਰੋਧੀ ਵੀ ਆ, ਤੇ ਜੋ ਕਦਰਾਂ ਕੀਮਤਾਂ ਨੇ ਇਸ ਦੇਸ਼ ਦੀਆਂ ਕਿ ਜੇ ਤੁਸੀਂ ਕਿਸੇ ਦੇ ਨਾਲ ਕੋਈ ਲਿਖਤੀ ਸਮਝੌਤਾ ਕਰ ਲਿਆ ਤੁਹਾਨੂੰ ਖੜਨਾ ਚਾਹੀਦਾ। ਤੁਸੀਂ ਕਸ਼ਮੀਰ ਦੇ ਲੋਕਾਂ ਨਾਲ ਲਿਖਤੀ ਸਮਝੌਤਾ ਕੀਤਾ ਸੀ, ਉਸੇ ਦੇ ਤਹਿਤ ਉਹਨਾਂ ਨੂੰ ਤੁਸੀਂ ਧਾਰਾ 370 ਦੇ ਤਹਿਤ ਵਿਸ਼ੇਸ਼ ਅਧਿਕਾਰ ਦਿੱਤੇ ਸੀ। ਪਰ ਕਸ਼ਮੀਰ ਦਾ ਮਾਮਲਾ ਹੋਇਆ, ਉਸ ਦੇ ਵਿੱਚ ਧੱਕਾ ਕੀਤਾ। ਫਿਰ ਬਾਬਰੀ ਮਸਜਿਦ ਦੀ ਥਾਂ ਦੇ ਉੱਪਰ ਰਾਮ ਮੰਦਿਰ ਦੀ ਉਸਾਰੀ ਦਾ ਮਾਮਲਾ ਹੋਵੇ, ਉਹ ਸੁਪਰੀਮ ਕੋਰਟ ਰਾਹੀਂ ਫੈਸਲਾ ਲਾਗੂ ਕਰਾਇਆ। ਤੇ ਹੁਣ ਬਹੁਤ ਹੀ ਅਹਿਮ ਪੜਾਅ ਤੇ ਪਹੁੰਚ ਚੁੱਕੀ ਆ RSS BJP, ਉਹ ਹੈਗਾ ਯੂਨੀਫਾਰਮ ਸਿਵਲ ਕੋਡ। ਤੇ ਯੂਨੀਫਾਰਮ ਸਿਵਲ ਕੋਡ ਕਈ ਦੋਸਤਾਂ ਨੂੰ ਲੱਗਦਾ ਹੋ ਸਕਦਾ ਕਿ ਸ਼ਾਇਦ ਜਿਹੜੀ BJP ਦੀ ਸਰਕਾਰ ਆ ਉਹ ਇਕਸਾਰਤਾ ਇਸ ਕਰਕੇ ਲੈ ਕੇ ਆਉਣਾ ਚਾਹੁੰਦੀ ਆ ਕਿ ਉਹ ਅਗਾਂਹ ਵਧੂ ਵਿਚਾਰਾਂ ਦੀ ਆ। ਬਿਲਕੁਲ ਵੀ ਨਹੀਂ ਹੈਗਾ ਅਜਿਹਾ। ਦੇਖੋ ਹਰੇਕ ਧਰਮ ਦੇ ਆਪਣੇ ਵੱਖ-ਵੱਖ ਜੋ ਸਿਵਲ ਕੋਡ ਨੇ ਜਾਂ ਕਾਨੂੰਨ ਨੇ ਉਹ ਇੱਥੇ ਆਲਰੇਡੀ ਪ੍ਰੈਜ਼ੈਂਟ ਨੇ। ਹਿੰਦੂ ਧਰਮ ਦਾ ਆਪਣਾ ਹਿੰਦੂ ਕੋਡ ਆ, ਸਿੱਖ ਧਰਮ ਦਾ ਆਨੰਦ ਮੈਰਿਜ ਐਕਟ ਆ, ਆਨੰਦ ਵਿਆਹ ਐਕਟ ਆ, ਉਹ ਇੱਥੇ ਹੈਗਾ। ਹਾਲਾਂਕਿ ਜਿਹਦੇ ਬਾਰੇ ਇੱਕ ਸਵਾਲ ਵੀ ਬਣਦਾ ਕਿ ਆਨੰਦ ਵਿਆਹ ਐਕਟ ਆ ਜਿਹੜਾ ਉਹ ਉਸ ਸੂਬੇ ਦੇ ਵਿੱਚ ਲਾਗੂ ਨਹੀਂ ਹੈਗਾ ਜਿੱਥੇ ਸਿੱਖ ਬਹੁ ਗਿਣਤੀ ਦੇ ਵਿੱਚ ਨੇ, ਭਾਵ ਪੰਜਾਬ 'ਚ ਨਹੀਂ ਲਾਗੂ ਹੈਗਾ, ਉਹ ਦਿੱਲੀ ਤੇ ਹਰਿਆਣੇ ਦੇ ਵਿੱਚ ਲਾਗੂ ਆ। ਇਸੇ ਢੰਗ ਦੇ ਨਾਲ ਮੁਸਲਮਾਨਾਂ ਦਾ ਪਰਸਨਲ ਲਾਅ ਆ, ਮੁਸਲਿਮ ਪਰਸਨਲ ਲਾਅ ਆ, ਤੇ ਬਾਕੀ ਜੋ ਈਸਾਈ ਨੇ ਜਾਂ ਕਬਾਇਲੀ ਨੇ ਉਹਨਾਂ ਦੇ ਆਪਣੇ ਆਪਣੇ ਲਾਅ ਨੇ। ਤਾਂ ਇਸ ਸਮੇਂ ਕੀ ਲੋੜ ਪੈ ਗਈ RSS BJP ਨੂੰ ਕਿ ਉਹ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਹੀ ਆ? ਕਾਰਨ ਉਹੀ ਕਿ ਫਿਰਕੂ ਧਰੁਵੀਕਰਨ ਕਰਨਾ, ਕਿ ਇੱਥੇ ਦੀਆਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਧੱਕ ਕੇ ਕੰਧ ਦੇ ਨਾਲ ਲਗਾ ਦੇਣਾ, ਉਹਨਾਂ ਨੂੰ ਇਹ ਅਹਿਸਾਸ ਕਰਵਾ ਦੇਣਾ ਕਿ ਤੁਹਾਡਾ ਇੱਥੇ ਕੋਈ ਵਜੂਦ ਨਹੀਂ ਹੈਗਾ, ਕਿ ਜੋ ਅਸੀਂ ਕਾਨੂੰਨ ਸਾਡੀ ਮਰਜ਼ੀ ਹੋਊਗੀ ਉਹ ਲੈ ਕੇ ਆਵਾਂਗੇ। ਨਹੀਂ ਤਾਂ ਇਹ ਕਿਵੇਂ ਹੋ ਸਕਦਾ ਕਿ ਜਿਹੜਾ ਲਾਅ ਕਮਿਸ਼ਨ ਆ ਜਿਹਦਾ ਹੁਣ ਹਵਾਲਾ ਦਿੱਤਾ ਜਾ ਰਿਹਾ ਕਿ ਯੂਨੀਫਾਰਮ ਸਿਵਲ ਕੋਡ ਲਾਅ ਕਮਿਸ਼ਨ ਨੇ ਕਿਹਾ ਵੀ ਲੈ ਕੇ ਆਵਾਂਗੇ, ਉਸੇ ਲਾਅ ਕਮਿਸ਼ਨ ਦਾ ਜਿਹੜਾ ਪਿਛਲਾ ਦੌਰ ਸੀ ਉਸ ਦੇ ਵਿੱਚ ਖੁਦ ਲਾਅ ਕਮਿਸ਼ਨ ਨੇ ਮੰਨਿਆ ਸੀ ਕਿ ਯੂਨੀਫਾਰਮ ਸਿਵਲ ਕੋਡ ਦੀ ਕੋਈ ਲੋੜ ਨਹੀਂ ਹੈਗੀ। ਪਰ ਕਿਉਂਕਿ BJP ਆ ਜਿਹੜੀ ਉਹ ਤਾਂ ਫਿਰਕੂ ਧਰੁਵੀਕਰਨ ਦੇ ਰੱਥ ਤੇ ਸਵਾਰ ਹੋਈ ਆ, ਤੇ ਉਸ ਨੂੰ ਤਾਂ ਇਹ ਆ ਕਿ 2024 ਦੇ ਵਿੱਚ ਧਰੁਵੀਕਰਨ ਕਰਕੇ ਇੱਕ ਵਾਰੀ ਵੋਟਾਂ ਨੇ ਜਿਹੜੀਆਂ ਉਹ ਜਿੱਤ ਲਈਏ। ਤੇ ਜੇ ਵਾਕਈ ਉਹ ਇਸ ਤਰੀਕੇ ਦੇ ਉਹਨਾਂ ਦੇ ਵਿਚਾਰ ਹੁੰਦੇ ਕਿ ਕੋਈ ਅਗਾਂਹ ਵਧੂ ਹੁੰਦੇ ਤਾਂ ਫਿਰ ਉਹਦਾ ਝਲਕਾਰਾ ਤੁਹਾਨੂੰ ਮਿਲ ਜਾਣਾ ਸੀ। ਝਲਕਾਰਾ ਕੀ ਮਿਲ ਰਿਹਾ? ਝਲਕਾਰਾ ਤਾਂ ਇਹ ਮਿਲ ਰਿਹਾ ਕਿ ਔਰਤ ਪਹਿਲਵਾਨ ਜਿਨ੍ਹਾਂ ਦਾ ਇੱਕ ਮਾਣ ਮੱਤਾ ਸਥਾਨ ਆ ਸਾਡੇ ਦੇਸ਼ ਦੇ ਵਿੱਚ, ਸਾਡੇ ਦੇਸ਼ ਦੇ ਲਈ ਉਹਨਾਂ ਨੇ ਮੈਡਲ ਤੱਕ ਪ੍ਰਾਪਤ ਕੀਤੇ, ਤਾਂ ਉਹ ਔਰਤ ਪਹਿਲਵਾਨਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਨੇ ਤੇ ਕਈ ਮਹੀਨੇ ਦਿੱਲੀ ਬੈਠੀਆਂ ਰਹਿੰਦੀਆਂ ਨੇ। ਤੇ ਉਹ ਜੋ ਦੋਸ਼ੀ ਆ ਬ੍ਰਿਜ ਭੂਸ਼ਣ, ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਸਗੋਂ ਉਸ ਨੂੰ ਲੋਕ ਸਭਾ ਦੇ ਵਿੱਚ MP ਦੇ ਤੌਰ ਤੇ BJP ਨੇ ਬਿਠਾਇਆ ਹੋਇਆ। ਤਾਂ ਜੇ ਵਾਕਈ BJP RSS ਇੰਨੀ ਅਗਾਂਹ ਵਧੂ ਹੁੰਦੀ ਤਾਂ ਮਨੀਪੁਰ ਦੀਆਂ ਘਟਨਾਵਾਂ ਨਾ ਵਾਪਰਦੀਆਂ। ਮਨੀਪੁਰ ਜਿਹੜਾ ਪਿਛਲੇ ਲਗਭਗ 100 ਦਿਨ ਤੋਂ ਸੁਲਗ ਰਿਹਾ, ਤੁਸੀਂ ਦੇਖੋ ਕਿ 3 ਮਈ ਦੀ ਘਟਨਾ
3 ਮਈ ਨੂੰ ਉੱਥੇ ਪ੍ਰੋਟੈਸਟ ਹੁੰਦਾ, ਵੱਡਾ ਉੱਥੇ ਧਰਨਾ ਦਿੱਤਾ ਜਾਂਦਾ ਕੁੱਕੀ ਲੋਕਾਂ ਵੱਲੋਂ। ਤੇ ਨਾਲ ਉਹਨਾਂ ਦੀ ਮੰਗ ਕੀ ਸੀ? ਮੰਗ ਇਹੀ ਸੀ ਨਾ ਕਿ ਅਸੀਂ ਕਬਾਇਲੀ ਹਾਂ, ਸਾਨੂੰ ਜੋ ਵਿਸ਼ੇਸ਼ ਦਰਜਾ ਦਿੱਤਾ ਗਿਆ ਉਹ ਕਿਸੇ ਹੋਰ ਨੂੰ ਨਾ ਦਿੱਤਾ ਜਾਵੇ। ਜੇ ਕਿਸੇ ਸੂਬੇ ਦੇ ਸਾਰੇ ਲੋਕਾਂ ਨੂੰ ਤੁਸੀਂ ਵਿਸ਼ੇਸ਼ ਦਰਜਾ ਦੇ ਦੋਗੇ ਤਾਂ ਜਿਨ੍ਹਾਂ ਦੇ ਹੱਕਾਂ ਦੀ ਤੁਸੀਂ ਰਖਵਾਲੀ ਕਰਨੀ ਆ ਉਹ ਕਿਵੇਂ ਹੋਊਗੀ? ਤਾਂ 3 ਮਈ ਤੋਂ ਬਾਅਦ 4 ਮਈ ਦੀ ਉਹ ਘਟਨਾ ਜਿਸ ਦੀ ਵੀਡੀਓ ਤੁਹਾਡੇ ਸਾਹਮਣੇ ਆ ਕਿ 3 ਔਰਤਾਂ ਨੇ ਜਿਹੜੀਆਂ ਉਹਨਾਂ ਨੂੰ ਨਗਨ ਅਵਸਥਾ ਦੇ ਵਿੱਚ ਘੁਮਾਇਆ ਜਾਂਦਾ ਤੇ ਉਹਨਾਂ ਦੇ ਵਿੱਚੋਂ 2 ਦੇ ਨਾਲ ਰੇਪ ਕੀਤਾ ਜਾਂਦਾ ਤੇ ਇੱਕ ਲੜਕੀ 21 ਸਾਲ ਦੀ ਜਿਸ ਨਾਲ ਰੇਪ ਹੁੰਦਾ ਤੇ ਜਦੋਂ ਉਸ ਦਾ ਭਰਾ 19 ਸਾਲ ਦਾ ਤੇ ਉਹਦਾ ਜਿਹੜਾ ਪਿਓ ਸੀ ਉਹ ਉਹਦਾ ਵਿਰੋਧ ਕਰਦੇ ਨੇ ਰੇਪ ਦਾ, ਤਾਂ ਉਹਨਾਂ ਦਾ ਵੀ ਉਸ ਦੇ ਸਾਹਮਣੇ ਹੀ ਕਤਲ ਕਰ ਦਿੱਤਾ ਜਾਂਦਾ। ਤਾਂ ਵੀਡੀਓ ਤਾਂ ਹੁਣ ਸਾਡੇ ਸਾਹਮਣੇ ਆਈ ਹੈ ਨਾ, ਕਿਉਂਕਿ ਇੰਟਰਨੈਟ ਤੇ ਰੋਕ ਲੱਗੀ ਹੋਈ ਸੀ। ਇਹ ਕਿਵੇਂ ਹੋ ਸਕਦਾ ਕਿ ਬੀਜੇਪੀ ਦੀ ਮਨੀਪੁਰ ਸਰਕਾਰ ਆ, ਜਿਹੜੀ ਮਨੀਪੁਰ ਦੇ ਵਿੱਚ ਉਹਨਾਂ ਦੀ ਸਰਕਾਰ ਆ, ਮੁੱਖ ਮੰਤਰੀ ਨੇ ਉਹਨਾਂ ਦੇ, ਤਾਂ ਉਹਨਾਂ ਨੂੰ ਨਾ ਜਾਣਕਾਰੀ ਹੋਵੇ? ਕਿਵੇਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜਿਹੜੇ ਉਹਨਾਂ ਨੂੰ ਨਾ ਜਾਣਕਾਰੀ ਹੋਵੇ? ਬਿਲਕੁਲ ਜਾਣਕਾਰੀ ਹੁੰਦੀ ਆ। ਕਾਰਨ ਇਹ ਕਿ ਕਿਉਂਕਿ ਉੱਥੇ ਵੀ ਇਹੀ ਫਿਰਕੂ ਧਰੁਵੀਕਰਨ ਦੀ ਜਿਹੜੀ ਅੱਗ ਆ ਉਹ ਲਗਾਈ ਹੋਈ ਆ ਬੀਜੇਪੀ ਨੇ। ਤੁਸੀਂ ਦੇਖੋ ਕਿ ਕੁੱਕੀਆਂ ਦੇ ਉੱਪਰ ਸਿਰਫ ਇਸ ਕਰਕੇ ਇਹ ਸਾਰਾ ਕੁਝ ਥੋਪਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਨੇ ਜਿਹੜੇ ਉਹ ਜਾਂ ਤਾਂ ਮੁਸਲਿਮ ਨੇ ਜਾਂ ਈਸਾਈ ਨੇ। ਤਾਂ ਉੱਥੇ ਵੀ ਇਹੀ ਧਰੁਵੀਕਰਨ ਦੀ ਜਿਹੜੀ ਅੱਗ ਆ ਉਹ ਬਾਲੀ ਜਾ ਰਹੀ ਆ। ਤੇ ਤੁਸੀਂ ਕੱਲ ਦਾ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣ ਕੇ ਦੇਖੋ, ਲਗਭਗ 2 ਘੰਟੇ 12 ਮਿੰਟ ਪ੍ਰਧਾਨ ਮੰਤਰੀ ਜੀ ਬੋਲਦੇ ਨੇ। ਜਵਾਬ ਕਿਸ ਉੱਪਰ ਦੇਣਾ ਸੀ? ਉਹਨਾਂ ਨੇ ਜਵਾਬ ਦੇਣਾ ਸੀ ਮਨੀਪੁਰ ਦੇ ਉੱਪਰ। ਪਰ ਸ਼ੁਰੂਆਤ ਕਿੱਥੋਂ ਕੀਤੀ ਜਾਂਦੀ ਆ? ਠਹਾਕੇ ਲਾ ਕੇ, ਹਾਸਿਆਂ ਦੇ ਨਾਲ ਸ਼ੁਰੂਆਤ ਕੀਤੀ ਜਾਂਦੀ ਆ। ਤੇ ਪਹਿਲੇ 1 ਘੰਟੇ 22 ਮਿੰਟ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਦੇ ਉੱਪਰ ਇੱਕ ਸ਼ਬਦ ਤੱਕ ਨਹੀਂ ਬੋਲਦੇ, ਸਿਰਫ ਤੇ ਸਿਰਫ ਵਿਰੋਧੀ ਪਾਰਟੀਆਂ ਨੂੰ ਭੰਡਣ ਦਾ ਕੰਮ ਕਰਦੇ ਨੇ। ਤਾਂ ਫਿਰ ਕਿਵੇਂ ਅਸੀਂ ਯਕੀਨ ਕਰ ਲਈਏ ਕਿ ਇਹ ਆਰਐਸਐਸ ਬੀਜੇਪੀ ਜੋ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੀ ਆ ਜਾਂ ਘੱਟ ਗਿਣਤੀਆਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੀ ਗੱਲ ਕਰਦੀ ਆ, ਤਾਂ ਕਿਵੇਂ ਮੰਨ ਲਈਏ ਕਿ ਇਹ ਕੋਈ ਅਗਾਂਹ ਵਧੂ ਗੱਲ ਆ? ਅਸਲ ਦੇ ਵਿੱਚ ਪਿਛਾਕੜ ਵਿਚਾਰ ਆਰਐਸਐਸ ਬੀਜੇਪੀ ਦਾ। ਫਿਰਕੂ ਧਰੁਵੀਕਰਨ ਕਰਨਾ ਇਸ ਕਰਕੇ ਪੇਸ਼ ਇਹ ਕੀਤਾ ਜਾਂਦਾ ਕਿ ਅਸੀਂ ਤਾਂ ਸ਼ਾਇਦ ਬਹੁਤ ਚੈਂਪੀਅਨ ਆ ਮਨੁੱਖੀ ਅਧਿਕਾਰਾਂ ਦੇ, ਜਦਕਿ ਮਨੀਪੁਰ ਦੀ ਘਟਨਾਵਾਂ ਤੁਹਾਡੇ ਸਾਹਮਣੇ ਨੇ। ਮਨੀਪੁਰ ਦੇ ਵਿੱਚ ਜਦੋਂ ਕੱਲ ਜਵਾਬ ਦੇ ਰਹੇ ਸੀ ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ, ਤਾਂ ਉਹ ਜ਼ਿਕਰ ਕਰਦੇ ਨੇ ਕਿ ਅੰਮ੍ਰਿਤਕਾਲ ਚੱਲ ਰਿਹਾ, ਕਿ ਅੰਮ੍ਰਿਤਕਾਲ ਹੁਣ ਸ਼ੁਰੂ ਹੋਇਆ 2047 ਦੇ ਵਿੱਚ 100 ਸਾਲ ਹੋਣਗੇ ਆਜ਼ਾਦੀ ਦੇ ਵਿੱਚ, ਉਦੋਂ ਪੂਰਾ ਹੋਊਗਾ। ਕੀ ਆ ਅੰਮ੍ਰਿਤਕਾਲ? ਅੰਮ੍ਰਿਤਕਾਲ ਇਹੀ ਫਿਰਕੂ ਧਰੁਵੀਕਰਨ ਦੀ ਜ਼ਹਿਰ ਆ। ਅੰਮ੍ਰਿਤਕਾਲ ਦਾ ਮਤਲਬ ਇੱਥੇ ਘੱਟ ਗਿਣਤੀਆਂ ਨੂੰ, ਔਰਤਾਂ ਨੂੰ, ਦਲਿਤਾਂ ਨੂੰ ਨੁਕਰੇ ਲਗਾਉਣਾ, ਇਹ ਆ ਅੰਮ੍ਰਿਤਕਾਲ। ਤੇ ਅੰਮ੍ਰਿਤਕਾਲ ਦੇ ਵਿੱਚ ਹੋਊਗਾ ਕੀ? ਸਾਨੂੰ ਲੱਗਦਾ ਕਿ ਅੰਮ੍ਰਿਤਕਾਲ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਮਨੀਪੁਰ ਵਰਗੀਆਂ ਜਾਂ ਹਰਿਆਣੇ ਦੇ ਵਿੱਚ ਜਿਵੇਂ ਨੂਹ ਜ਼ਿਲ੍ਹੇ ਦੇ ਵਿੱਚ ਉੱਥੇ ਜਿਹੜੇ ਦੰਗੇ ਹੋ ਰਹੇ ਨੇ ਜਾਂ ਘੱਟ ਗਿਣਤੀਆਂ ਦੇ ਘਰ ਢਾਏ ਜਾ ਰਹੇ ਨੇ ਮੁਸਲਮਾਨਾਂ ਦੇ, ਇਹੀ ਕੁਝ ਹੋਊਗਾ ਅੰਮ੍ਰਿਤਕਾਲ ਦੇ ਵਿੱਚ। ਅੰਮ੍ਰਿਤਕਾਲ ਦੇ ਵਿੱਚ 1984 ਦੇ ਵਿੱਚ ਵੀ ਅਸੀਂ ਦੇਖਿਆ ਸੀ ਇੱਕ ਅੰਮ੍ਰਿਤਕਾਲ, ਜਦੋਂ ਕਾਂਗਰਸ ਦੀ ਅਗਵਾਈ ਦੇ ਵਿੱਚ ਫਿਰਕੂ ਜ਼ਹਿਰ ਸੀ ਜਿਹੜਾ ਉਹ ਫੈਲਾਇਆ ਗਿਆ ਸੀ, ਜਦੋਂ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਸੀ ਜਿਹੜੀ ਉਹ ਕੀਤੀ ਗਈ। ਅਜਿਹਾ ਅੰਮ੍ਰਿਤਕਾਲ ਅਸੀਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਵੀ ਦੇਖਿਆ, ਜਦੋਂ ਮੁਸਲਿਮ ਵਿਰੋਧੀ ਕਤਲੇਆਮ ਹੋਏ ਤੇ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ ਗਿਆ। ਤੇ ਅਜਿਹਾ ਅੰਮ੍ਰਿਤਕਾਲ ਜਦੋਂ ਬਾਬਰੀ ਮਸਜਿਦ ਢਾਈ ਗਈ, ਉਸ ਤੋਂ ਬਾਅਦ ਜਦੋਂ ਹਜ਼ਾਰਾਂ ਮੁਸਲਮਾਨ ਨੇ ਜਿਹੜੇ ਉਹਨਾਂ ਦਾ ਰੈਂਡਮਲੀ ਕਤਲ ਕੀਤਾ ਜਾਂਦਾ, ਧੱਕਾ ਕੀਤਾ ਜਾਂਦਾ, ਉਦੋਂ ਵੀ ਦੇਖਿਆ। ਤਾਂ ਇਸ ਕਰਕੇ ਆਰਐਸਐਸ ਬੀਜੇਪੀ ਦਾ ਜੇ ਅਜਿਹਾ ਅੰਮ੍ਰਿਤਕਾਲ ਆ ਜਿਸ ਦੇ ਵਿੱਚ ਵਿਰੋਧੀ ਵਿਚਾਰ ਲਈ ਕੋਈ ਥਾਂ ਨਹੀਂ ਹੈਗੀ, ਤਾਂ ਸਾਨੂੰ ਲੱਗਦਾ ਕਿ ਫਿਰ ਜਿਹੜੇ ਸਾਡੇ ਦੇਸ਼ ਦੇ, ਸਾਡੇ ਪੰਜਾਬ ਦੇ ਬੁੱਧੀਜੀਵੀ ਨੇ, ਅਧਿਆਪਕ ਨੇ, ਤਾਂ ਇਹਨਾਂ ਸਾਰੀਆਂ ਘਟਨਾਵਾਂ ਦਾ ਉਹਨਾਂ ਨੂੰ ਸਮਝਣਾ ਚਾਹੀਦਾ, ਉਹਨਾਂ ਨੂੰ ਤਰਕ ਆਧਾਰ ਤੇ, ਵਿਗਿਆਨਕ ਆਧਾਰ ਤੇ ਸਮਝਣਾ ਚਾਹੀਦਾ ਤੇ ਸਮਾਜ ਦੇ ਅੱਗੇ ਉਸ ਦਾ ਵਿਸ਼ਲੇਸ਼ਣ ਲੈ ਕੇ ਆਉਣਾ ਚਾਹੀਦਾ। ਹੁਣ ਤੁਸੀਂ ਦੇਖੋ ਕਿ ਅਧਿਆਪਕ ਦੀ ਆਪਾਂ ਗੱਲ ਕਰਦੇ ਹਾਂ ਕਿ ਅਧਿਆਪਕ ਦਾ ਵੱਡਾ ਰੋਲ ਹੋਣਾ ਇਸ ਸਮਾਜ ਦੇ ਵਿੱਚ। ਸਾਨੂੰ ਲੱਗਦਾ ਕਿ ਅਧਿਆਪਕ ਦਾ ਇੱਕ ਸਹਾਇਕ ਰੋਲ ਹੋਊਗਾ। ਅਗਵਾਈ ਕਰਨੀ ਆ ਸਾਡੇ ਕਿਸਾਨਾਂ ਨੇ, ਮਜ਼ਦੂਰਾਂ ਨੇ, ਕਿਰਤੀ ਹਿੱਸਿਆਂ ਨੇ, ਪਰ ਅਧਿਆਪਕ ਦਾ ਇੱਕ ਵਾਕਈ ਅਹਿਮ ਰੋਲ ਹੋਊਗਾ ਕਿ ਕਿਉਂ ਉਹ ਅਧਿਆਪਕ ਸਿਰਫ ਕਲਾਸ ਤੱਕ ਜੇ ਸੀਮਿਤ ਰਹਿੰਦਾ, ਸਾਨੂੰ ਲੱਗਦਾ ਕਿ ਉਹ ਆਪਣਾ ਰੋਲ ਨਹੀਂ ਸਹੀ ਨਿਭਾ ਸਕੂਗਾ।
ਉਸ ਦਾ ਅਹਿਮ ਰੋਲ ਉਦੋਂ ਬਣਨਾ ਜਦੋਂ ਉਹ ਸਮਾਜਿਕ ਸਰੋਕਾਰਾਂ ਨਾਲ ਜੁੜੇ। ਜਿਵੇਂ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਸਾਡੇ ਵੱਖ-ਵੱਖ ਅਧਿਆਪਕ, ਚਾਹੇ ਮੈਂ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਜਾਂ ਹੁਣ ਸਾਥੀ ਲਗਾਤਾਰ ਸਕੂਲਾਂ ਦੇ ਵਿੱਚ ਜਾ ਰਹੇ ਨੇ, ਵਿਦਿਅਕ ਸੰਸਥਾਵਾਂ ਦੇ ਵਿੱਚ ਜਾ ਰਹੇ ਨੇ, ਜਿਹਦੇ ਵਿੱਚ ਸਾਡੇ ਸਾਥੀ ਗੁਰਮੀਤ ਸੁਖਪੁਰ ਨੇ, ਨਿਰਮਲ ਚੌਹਾਨਕੇ ਨੇ, ਸਾਥੀ ਰਾਜੀਵ ਬਰਨਾਲਾ ਹੋਰੀ ਨੇ, ਤਾਂ ਜਾਂ ਬਾਕੀ ਉਹਨਾਂ ਦੀ ਟੀਮ ਆ। ਸਾਨੂੰ ਲੱਗਦਾ ਵੀ ਅਧਿਆਪਕ ਦਾ ਰੋਲ ਇਹ ਹੁੰਦਾ ਕਿ ਤੁਸੀਂ ਸਮਾਜ ਦੇ ਨਾਲ ਜੁੜੇ ਰਹੋ। ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਤੇ ਧੱਕਾ ਵਾਪਰਦਾ, ਜ਼ਬਰ ਵਾਪਰਦਾ, ਤਾਂ ਉਸ ਦਾ ਤੁਸੀਂ ਰਿਐਕਸ਼ਨ ਦਿਓ ਤੇ ਲੁਕਾਈ ਦਾ ਹਿੱਸਾ ਬਣੋ। ਤਾਂ ਹੁਣ ਅੰਤ ਦੇ ਵਿੱਚ, ਕਿਉਂਕਿ ਕੱਲ 12 ਅਗਸਤ ਨੂੰ ਮਹਿਲ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਸ਼ਹੀਦੀ ਸਮਾਗਮ ਹੋ ਰਿਹਾ, ਮੈਂ ਜ਼ਰੂਰ ਅਪੀਲ ਕਰੂੰਗਾ ਜਿੰਨੇ ਵੀ ਸਾਥੀ ਇਸ ਆਨਲਾਈਨ ਲਿੰਕ ਦੇ ਜ਼ਰੀਏ ਮੇਰੇ ਨਾਲ ਜੁੜੇ ਹੋਏ ਨੇ, ਗੱਲਬਾਤ ਸੁਣ ਰਹੇ ਨੇ, ਕਿ ਆਪਾਂ 12 ਅਗਸਤ ਨੂੰ ਮਹਿਲ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੀਏ। ਕਿਉਂਕਿ ਇਸ ਵਾਰ ਦਾ ਜਿਹੜਾ ਇਕੱਠ ਆ ਉਹ ਮਣੀਪੁਰ ਦੇ ਵਿੱਚ ਜੋ ਸਾਡੀਆਂ ਬੇਟੀਆਂ ਦੇ ਨਾਲ, ਭੈਣਾਂ ਦੇ ਨਾਲ ਜੋ ਸਭ ਕੁਝ ਉਹ ਤਸ਼ੱਦਦ ਵਾਪਰਿਆ, ਤਾਂ ਉਸ ਦੇ ਵਿੱਚ ਉਹਨਾਂ ਦੀ ਹਮਾਇਤ ਨੂੰ ਲੈ ਕੇ ਵੀ ਆ, ਉਹਨਾਂ ਦੀ ਜਿਹੜੀ ਆਵਾਜ਼ ਆ ਉਸ ਦਾ ਹਿੱਸਾ ਬਣਨ ਦੇ ਲੈ ਕੇ ਵੀ ਆ ਇਹ ਇਕੱਠ। ਇਸ ਕਰਕੇ ਮੈਂ ਅਪੀਲ ਕਰਦਾ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਏ। ਕੱਲ ਦੇ ਬੁਲਾਰੇ ਨੇ ਜਿਹੜੇ ਡਾਕਟਰ ਨਵਸ਼ਰਨ ਨੇ, ਉੱਘੀ ਲੇਖਕਾਂ ਨੇ, ਚਿੰਤਕ ਨੇ, ਭਾਜੀ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੂੰ ਭਾਈ ਮੰਨਾ ਸਿੰਘ ਜੀ ਵੀ ਕਿਹਾ ਜਾਂਦਾ, ਉਹਨਾਂ ਦੀ ਬੇਟੀ ਨੇ, ਉਹ ਆ ਰਹੇ ਨੇ ਤੁਹਾਡੇ ਨਾਲ ਗੱਲਬਾਤ ਕਰਨ। ਦਿੱਲੀ ਯੂਨੀਵਰਸਿਟੀ ਤੋਂ ਵਿਦਿਆਰਥੀ ਆਗੂ ਨੇ ਨਤਾਸ਼ਾ, ਉਹ ਆ ਰਹੇ ਨੇ। ਆਪਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੀਏ ਤੇ ਲੁਕਾਈ ਦਾ ਹਿੱਸਾ ਬਣੀਏ। ਤੇ ਅੰਤ ਦੇ ਵਿੱਚ ਕੁਝ ਸਤਰਾਂ ਤੁਹਾਡੇ ਨਾਲ ਸਾਂਝਾ ਕਰਕੇ ਮੈਂ ਇਜਾਜ਼ਤ ਚਾਹੂੰਗਾ। ਸਤਰਾਂ ਨੇ ਫੈਜ਼ ਅਹਿਮਦ ਫੈਜ਼ ਦੀਆਂ ਕਿ बोल के लब आज़ाद हैं तेरे, बोल जबां अब तक तेरी है, बोल तेरा सुतवा जिस्म है तेरा, बोल के जां अब तक तेरी है, बोल के सच जिंदा है अब तक, बोल जो कुछ कहना है कह ले, बोल के लब आज़ाद हैं तेरे, बोल के लब आज़ाद हैं तेरे। इनकलाब जिंदाबाद, साम्राज्यवाद मुर्दाबाद। धन्यवाद।